ਬਾਹਰੀ ਸੈਕਟਰ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਆਪਾਂ ਨੇ ਆਪਣੇ ਇਸ ਯੂਨਿਟ ਦੇ ਵਿੱਚ ਕੀ ਕੀਤਾ ਸੀਗਾ ਕਿ ਇਨਕਮ ਐਂਡ ਇੰਪਲੋਇਮੈਂਟ ਡਿਟਰਮੀਨੇਸ਼ਨ ਦੇਖਿਆ ਸੀ ਆਪਾਂ ਨੇ ਕਿ ਇਕੁਇਲਿਬ੍ਰੀਅਮ ਆਊਟਪੁੱਟ ਤੇ ਇੰਪਲੋਇਮੈਂਟ ਕਿੱਥੇ ਹੋਏਗੀ। ਇੱਥੇ ਆਪਾਂ ਨੇ ਟੂ ਅਪਰੋਚਿਸ ਪੜ੍ਹੀਆਂ ਸੀਗੀਆਂ, ਇੱਕ ਕਲਾਸਿਕਲ ਥਿਊਰੀ ਆਫ ਇਨਕਮ ਐਂਡ ਇੰਪਲੋਇਮੈਂਟ ਡਿਟਰਮੀਨੇਸ਼ਨ ਪੜ੍ਹੀ ਸੀਗੀ। ਉਸ ਤੋਂ ਬਾਅਦ ਆਪਾਂ ਨੇ ਕੇਨਜ਼ੀਅਨ ਥਿਊਰੀ ਆਫ ਇਨਕਮ ਐਂਡ ਇੰਪਲੋਇਮੈਂਟ ਡਿਟਰਮੀਨੇਸ਼ਨ ਪੜ੍ਹੀ ਸੀਗੀ। ਕਲਾਸਿਕਲ ਥਿਊਰੀ ਦੇ ਵਿੱਚ ਕੀ ਕਿਹਾ ਗਿਆ ਸੀਗਾ ਕਿ ਇਕੁਇਲਿਬ੍ਰੀਅਮ ਆਊਟਪੁੱਟ ਕਿੱਥੇ ਹੋਏਗੀ, ਕਹਿੰਦੇ ਆਊਟਪੁੱਟ ਨੂੰ ਕਿਹੜੀ ਚੀਜ਼ ਅਫੈਕਟ ਕਰਦੀ ਹੁੰਦੀ ਹੈ, ਡਿਮਾਂਡ ਅਫੈਕਟ ਕਰਦੀ ਆ। ਕਹਿੰਦੇ ਇੱਥੇ ਕੀ ਆ, ਕਹਿੰਦੇ ਸਪਲਾਈ ਆਪਣੀ ਐਗਰੀਗੇਟ ਡਿਮਾਂਡ ਤੇ ਡਿਪੈਂਡ ਕਰਦੀ ਹੁੰਦੀ ਹੈ, ਸਪਲਾਈ ਕ੍ਰੀਏਟਸ ਇਟਸ ਓਨ ਡਿਮਾਂਡ। ਕਹਿੰਦੇ ਕਲਾਸਿਕਲ ਥਿਊਰੀ ਦੇ ਵਿੱਚ ਜਿਹੜਾ ਇਹ ਲਾਅ ਸੀਗਾ ਅਪਲਾਈ ਹੁੰਦਾ ਸੀਗਾ। ਕਹਿੰਦੇ ਕਿ ਜਿੰਨੀ ਸਪਲਾਈ ਕਰਾਂਗੇ ਆਪਾਂ ਆਊਟਪੁੱਟ ਇਨਕਰੀਜ਼ ਕਰਾਂਗੇ ਉਨੀ ਹੀ ਆਪਣੀ ਡਿਮਾਂਡ ਇਨਕਰੀਜ਼ ਹੋ ਜਾਏਗੀ, ਜਿਹਦੇ ਥਰੂ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਹਮੇਸ਼ਾ ਹੀ ਰਹੇਗੀ। ਤੇ ਕਲਾਸਿਕਲਸ ਨੇ ਕਿਹਾ ਸੀਗਾ ਕਿ ਗਵਰਨਮੈਂਟ ਇੰਟਰਵੈਂਸ਼ਨ ਦੀ ਲੋੜ ਨਹੀਂ ਹੈਗੀ, ਕਿ ਆਪਣੀ ਕਲੋਜ਼ਡ ਇਕੋਨਮੀ ਆ ਤੇ ਸਿਰਫ ਟੂ ਸੈਕਟਰ ਇਕੋਨਮੀ ਦੀ ਗੱਲ ਕੀਤੀ ਗਈ ਸੀ, ਜਿਹਦੇ ਵਿੱਚ ਸਰਕੂਲਰ ਫਲੋ ਹੁੰਦਾ। ਇੱਕ ਆਪਣਾ ਹਾਊਸ ਹੋਲਡ ਸੈਕਟਰ ਸੀ, ਇੱਕ ਪ੍ਰੋਡਿਊਸਰ ਸੈਕਟਰ ਸੀਗਾ। ਕਲਾਸਿਕਲ ਇਕੋਨੋਮਿਸਟ ਨੇ ਇਹ ਦੋਨੇ ਸੈਕਟਰਸ ਦੀ ਗੱਲ ਕਰਕੇ ਆਪਣੀ ਜਿਹੜੀ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਸੀਗੀ ਉਹ ਦੱਸੀ ਸੀਗੀ। ਉਸ ਤੋਂ ਬਾਅਦ ਕੇਨਜ਼ ਨੇ ਕ੍ਰਿਟਿਸਾਈਜ਼ ਕੀਤਾ ਸੀਗਾ ਇਹਨੂੰ। ਉਹਨਾਂ ਨੇ ਕਿਹਾ ਸੀਗਾ ਕਿ ਗਵਰਨਮੈਂਟ ਇੰਟਰਵੈਂਸ਼ਨ ਦੀ ਲੋੜ ਹੈ, ਕਿਉਂਕਿ ਗਵਰਨਮੈਂਟ ਐਕਸਪੈਂਡੀਚਰ ਦਾ ਵੀ ਅਫੈਕਟ ਪੈਂਦਾ ਹੈ। ਤਦ ਕੇਨਜ਼ ਨੇ ਪਹਿਲਾਂ ਟੂ ਸੈਕਟਰ ਮਾਡਲ ਦਿੱਤਾ, ਪ੍ਰੋਡਿਊਸਰ ਐਂਡ ਹਾਊਸ ਹੋਲਡ ਸੈਕਟਰ, ਤੇ ਉਹਦੇ ਚ ਉਹਨਾਂ ਨੇ ਬੋਲਿਆ ਕਿ ਇਕੁਇਲਿਬ੍ਰੀਅਮ ਆਊਟਪੁੱਟ ਮੀਨਸ ਇਕੁਇਲਿਬ੍ਰੀਅਮ ਜੀਡੀਪੀ ਕਿੱਥੇ ਹੋਏਗੀ, ਜਿੱਥੇ ਕਹਿੰਦੇ ਆਪਣੀ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਇਕੁਅਲ ਹੋਏਗੀ। ਇੱਕ ਤਾਂ ਉਹਨਾਂ ਨੇ ਬੋਲਿਆ ਸੀ ਫਰਸਟ ਅਪਰੋਚ ਦੇ ਥਰੂ ਕਿ ਜਿੱਥੇ ਐਗਰੀਗੇਟ ਡਿਮਾਂਡ ਇਕੁਅਲ ਟੂ ਐਗਰੀਗੇਟ ਸਪਲਾਈ ਹੋਏਗੀ ਉੱਥੇ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਹੋਏਗੀ। ਪਹਿਲਾਂ ਐਗਰੀਗੇਟ ਡਿਮਾਂਡ ਚੇਂਜ ਹੋਏਗੀ, ਕਿਉਂਕਿ ਐਗਰੀਗੇਟ ਡਿਮਾਂਡ ਤੇ ਕਹਿੰਦੇ ਜਿਹੜੀ ਹੈ ਆਪਣਾ ਕੰਜ਼ੰਪਸ਼ਨ ਦਾ ਅਸਰ ਪੈਂਦਾ ਹੈ, ਇਨਵੈਸਟਮੈਂਟ ਦਾ ਅਸਰ ਪੈਂਦਾ ਹੈ। ਮਤਲਬ ਹਾਊਸ ਹੋਲਡ ਤੇ ਪ੍ਰੋਡਿਊਸਰ ਸੈਕਟਰ ਦੋਨਾਂ ਦੇ ਥਰੂ ਐਗਰੀਗੇਟ ਡਿਮਾਂਡ ਤੇ ਅਸਰ ਪੈਂਦਾ ਹੈ। ਤੇ ਉਸ ਤੋਂ ਇਲਾਵਾ ਕਹਿੰਦੇ ਗਵਰਨਮੈਂਟ ਸੈਕਟਰ, ਗਵਰਨਮੈਂਟ ਜਿਹੜੇ ਐਕਸਪੈਂਡੀਚਰਸ ਨੇ ਉਸਦਾ ਵੀ ਜਿਹੜਾ ਅਫੈਕਟ ਹੈ ਉਹ ਆਪਣਾ ਪੈਂਦਾ ਹੈ ਜੀਡੀਪੀ ਤੇ ਐਗਰੀਗੇਟ ਡਿਮਾਂਡ ਤੇ, ਕਿਉਂਕਿ ਉਹਨਾਂ ਨੇ ਬੋਲੇ ਸੀ ਕੇਨਜ਼ੀਅਨ ਨੇ ਕਿ ਜਿੰਨੀ ਐਗਰੀਗੇਟ ਡਿਮਾਂਡ ਇੰਕਰੀਜ਼ ਹੋਏਗੀ ਉਨੀ ਹੀ ਜਿਹੜੀ ਆਪਣੀ ਸਪਲਾਈ ਹੈ ਇਕੁਇਲਿਬ੍ਰੀਅਮ ਆਊਟਪੁੱਟ ਮੀਨਸ ਇਕੁਇਲਿਬ੍ਰੀਅਮ ਜੀਡੀਪੀ ਉਹ ਵੀ ਕੀ ਹੋਏਗਾ, ਇਨਕਰੀਜ਼ ਹੋਏਗਾ। ਥ੍ਰੀ ਸੈਕਟਰ ਇਕੋਨਮੀ ਦੀ ਜਿਹੜੀ ਹੈ ਗੱਲ ਕੀਤੀ ਸੀ ਕੇਨਜ਼ ਨੇ ਇਸ ਦੇ ਲਈ। ਤੇ ਉਸ ਤੋਂ ਬਾਅਦ ਕੇਨਜ਼ ਨੇ ਕੀ ਕਿਹਾ ਹੈ ਕਿ ਜਿਹੜਾ ਫੋਰਥ ਸੈਕਟਰ ਹੈ, ਕਹਿੰਦੇ ਐਗਰੀਗੇਟ ਡਿਮਾਂਡ ਹੈ ਜਿਹੜੀ ਤੇ ਜਿਹੜੀ ਆਪਣੀ ਆਊਟਪੁੱਟ ਹੈ ਇਸ ਤੇ ਕਹਿੰਦੇ ਨੈਟ ਐਕਸਪੋਰਟਸ ਦਾ ਵੀ ਅਸਰ ਪੈਂਦਾ ਹੈ। ਨੈਟ ਇਨਕਮ ਫਰੋਮ ਐਬਰੋਡ, ਜੋ ਸਾਨੂੰ ਐਬਰੋਡ ਤੋਂ ਇਨਕਮ ਆਉਂਦੀ ਹੈ ਉਸ ਦਾ ਵੀ ਇਫੈਕਟ ਪੈਂਦਾ ਹੈ, ਕਿਉਂਕਿ ਜਿਹੜੀ ਆਪਣੀ ਇਕੋਨਮੀ ਆ ਉਹ ਕਲੋਜ਼ਡ ਇਕੋਨਮੀ ਨਹੀਂ ਹੈਗੀ, ਉਹ ਓਪਨ ਇਕੋਨਮੀ ਹੈ। ਆਪਾਂ ਡਿਫਰੈਂਟ ਕੰਟਰੀਜ਼ ਦੇ ਨਾਲ ਕੀ ਕਰਦੇ ਆ, ਇੰਟਰਨੈਸ਼ਨਲ ਟ੍ਰੇਡ ਕਰਦੇ ਆ, ਜਿਹਦੇ ਥਰੂ ਕਹਿੰਦੇ ਆਪਣੇ ਐਕਸਪੋਰਟ ਇੰਪੋਰਟ ਹੁੰਦੇ ਨੇ ਤੇ ਐਗਰੀਗੇਟ ਡਿਮਾਂਡ ਹੈ ਜਿਹੜੀ ਇਨਕਰੀਜ਼ ਡਿਕਰੀਜ਼ ਹੁੰਦੀ ਆ। ਜਦ ਐਗਰੀਗੇਟ ਡਿਮਾਂਡ ਇਨਕਰੀਜ਼ ਤੇ ਡਿਕਰੀਜ਼ ਹੋਏਗੀ ਤਦ ਕਹਿੰਦੇ ਜਿਹੜੀ ਆਪਣੀ ਆਊਟਪੁੱਟ ਹੈ ਉਸ ਤੇ ਵੀ ਇਸ ਚੀਜ਼ ਦਾ ਇਫੈਕਟ ਪਏਗਾ। ਤਾਂ ਕੇਨਜ਼ ਨੇ ਐਕਸਟਰਨਲ ਸੈਕਟਰ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਜਿਹੜੇ ਨੈਟ ਐਕਸਪੋਰਟਸ ਨੇ ਉਹਨਾਂ ਦੇ ਨੈਟ ਐਕਸਪੈਂਡੀਚਰਸ ਨੇ ਜਿਹੜੇ ਕੀਤੇ ਜਾਂਦੇ ਨੇ। ਸਭ ਤੋਂ ਪਹਿਲਾਂ ਆਪਾਂ ਜਾਣ ਲੈਂਦੇ ਹਾਂ ਕਿ ਵਾਟ ਇਜ਼ ਇੰਟਰਨਲ ਐਂਡ ਐਕਸਟਰਨਲ ਸੈਕਟਰ। ਦੇਖੋ ਆਪਣੀ ਜਿਹੜੀ ਇਕੋਨਮੀ ਹੈ ਇਹਦੇ ਵਿੱਚ ਕਹਿੰਦੇ ਜਿਹੜੀ ਇਕੋਨਮੀ ਹੈ ਕਲੋਜ਼ਡ ਇਕੋਨਮੀ ਵੀ ਹੋ ਸਕਦੀ ਹੈ, ਓਪਨ ਇਕੋਨਮੀ ਵੀ ਹੋ ਸਕਦੀ ਹੈ। ਕਲੋਜ਼ਡ ਇਕੋਨਮੀ ਉਹ ਇਕੋਨਮੀ ਹੁੰਦੀ ਆ ਜਿਹਦੇ ਵਿੱਚ ਕਹਿੰਦੇ ਜਿਹੜਾ ਆਪਾਂ ਗੁੱਡਸ ਐਂਡ ਸਰਵਿਸਿਜ਼ ਨੂੰ ਪ੍ਰੋਡਿਊਸ ਕਰਦੇ ਆ ਉਹ ਇੱਕ ਕੰਟਰੀ ਦੇ ਅੰਡਰ ਹੀ ਸੇਲ ਕੀਤੀਆਂ ਜਾਂਦੀਆਂ ਨੇ। ਦੂਸਰੀਆਂ ਡਿਫਰੈਂਟ ਕੰਟਰੀਜ਼ ਦੇ ਵਿੱਚ ਨਾ ਤਾਂ ਉਹਨਾਂ ਤੋਂ ਆਪਾਂ ਕਿਸੇ ਗੁੱਡ ਨੂੰ ਇੰਪੋਰਟ ਕਰ ਸਕਦੇ ਹਾਂ, ਮੰਗਵਾ ਸਕਦੇ ਹਾਂ, ਤੇ ਨਾ ਹੀ ਗੁੱਡਸ ਭੇਜ ਸਕਦੇ ਹਾਂ। ਮਤਲਬ ਇੱਕ ਆਪਣੀ ਡੋਮੈਸਟਿਕ ਟੈਰੀਟਰੀ ਦੇ ਅੰਡਰ ਜਦੋਂ ਆਪਾਂ ਆਪਣਾ ਐਕਸਪੋਰਟ ਇੰਪੋਰਟ ਕਰਦੇ ਹਾਂ ਇੱਕ ਰੀਜਨ ਤੋਂ ਦੂਸਰੇ ਰੀਜਨ ਤੱਕ, ਠੀਕ ਹੈ, ਇੱਕ ਡਿਸਟ੍ਰਿਕਟ ਤੋਂ ਦੂਸਰੇ ਡਿਸਟ੍ਰਿਕਟ ਤੱਕ, ਇੱਕ ਸਟੇਟ ਤੋਂ ਦੂਸਰੀ ਸਟੇਟ ਤੱਕ, ਠੀਕ ਹੈ, ਆਪਣੀ ਡੋਮੈਸਟਿਕ ਟੈਰੀਟਰੀ ਦੇ ਅੰਡਰ ਜਦੋਂ ਇੰਪੋਰਟ ਐਕਸਪੋਰਟ ਹੁੰਦਾ ਬਿਟਵੀਨ ਦਾ ਡਿਸਟ੍ਰਿਕਟ ਸਟੇਟਸ, ਠੀਕ ਹੈ, ਏਰੀਆਜ਼ ਤੱਕ ਉਹਨੂੰ ਕੀ ਬੋਲਿਆ ਜਾਂਦਾ ਹੈ, ਡੋਮੈਸਟਿਕ ਟ੍ਰੇਡ ਬੋਲਿਆ ਜਾਂਦਾ ਹੈ। ਡੋਮੈਸਟਿਕ ਟ੍ਰੇਡ ਇੰਟਰਨਲ ਟ੍ਰੇਡ ਬੋਲਿਆ ਜਾਂਦਾ ਹੈ, ਜੋ ਇੰਟਰਨਲ ਸੈਕਟਰਸ ਦੇ ਥਰੂ ਹੁੰਦੀ ਆ, ਜੋ ਆਪਣੀ ਕੰਟਰੀ ਦੇ ਵਿੱਚ ਥ੍ਰੀ ਸੈਕਟਰਸ ਹੁੰਦੇ ਨੇ ਉਹਨਾਂ ਦੇ ਥਰੂ। ਐਂਡ ਦੂਸਰੀ ਤਰਫ ਹੈ ਐਕਸਟਰਨਲ ਸੈਕਟਰ। ਐਕਸਟਰਨਲ ਸੈਕਟਰਸ ਕਹਿੰਦੇ ਫੋਰਨ ਸੈਕਟਰ ਨੂੰ ਕਿਹਾ ਗਿਆ ਹੈ, ਕਹਿੰਦੇ ਉਸਦਾ ਵੀ ਜੋ ਹੈ ਇਫੈਕਟ ਪੈਂਦਾ ਹੈ ਆਪਣੇ ਗੁड्स ਦੀ ਪ੍ਰਾਈਸਿਸ ਤੇ ਡਿਮਾਂਡ ਤੇ।
ਐਕਸਟਰਨਲ ਜਿਹੜੀ ਟ੍ਰੇਡ ਹੁੰਦੀ ਆ ਉਹ ਕੀ ਹੁੰਦੀ ਆ, ਜਦੋਂ ਇਹਨੂੰ ਆਪਾਂ ਐਕਸਟਰਨਲ ਟ੍ਰੇਡ ਨੂੰ ਇੰਟਰਨੈਸ਼ਨਲ ਟ੍ਰੇਡ ਵੀ ਬੋਲਿਆ ਜਾਂਦਾ ਹੈ, ਫੋਰਨ ਟ੍ਰੇਡ ਵੀ ਬੋਲਿਆ ਜਾਂਦਾ ਹੈ। ਕਹਿੰਦੇ ਜਦੋਂ ਆਪਣੀ ਡੋਮੈਸਟਿਕ ਕੰਟਰੀ ਤੋਂ ਬਾਹਰ ਆਪਣੀਆਂ ਜਿਹੜੇ ਟੈਰੀਟਰੀ ਬਾਉਂਡਰੀਜ਼ ਨੇ ਉਹਨਾਂ ਤੋਂ ਬਾਹਰ ਡਿਫਰੈਂਟ ਕੰਟਰੀਜ਼ ਦੇ ਨਾਲ ਜਿਹੜਾ ਹੈ ਗੁੱਡਸ ਐਂਡ ਸਰਵਿਸਿਜ਼ ਨੂੰ ਐਕਸਚੇਂਜ ਕੀਤਾ ਜਾਂਦਾ ਹੈ, ਡੈਟ ਇਜ਼ ਕਾਲਡ ਇੰਟਰਨੈਸ਼ਨਲ ਔਰ ਐਕਸਟਰਨਲ ਟ੍ਰੇਡ। ਠੀਕ ਹੈ, ਜਿਵੇਂ ਕਿ ਆਪਾਂ ਇੱਥੋਂ ਬਹੁਤ ਸਾਰੀ ਜਿਹੜੀ ਪ੍ਰੋਡਕਸ਼ਨ ਉਹਨੂੰ ਬਾਹਰ ਐਕਸਪੋਰਟ ਕਰਦੇ ਆ ਤੇ ਉਸਦੇ ਬਦਲੇ ਬਾਹਰੋਂ ਜਿਹੜੀਆਂ ਗੁੱਡਸ ਨੇ ਉਹ ਇੰਪੋਰਟ ਕਰਦੇ ਆ। ਤਦ ਕਦੇ ਕੀ ਹੋਏਗਾ, ਜਦੋਂ ਦੂਸਰੀਆਂ ਕੰਟਰੀਜ਼ ਦੇ ਨਾਲ ਆਪਣਾ ਐਕਸਪੋਰਟ ਇੰਪੋਰਟ ਹੋਏਗਾ, ਗੁੱਡਸ ਐਂਡ ਸਰਵਿਸਿਜ਼ ਦੀ ਐਕਸਚੇਂਜ ਹੋਏਗੀ, ਦੈਟ ਇਜ਼ ਕਾਲਡ ਇੰਟਰਨੈਸ਼ਨਲ ਔਰ ਫੋਰਨ ਟ੍ਰੇਡ। ਤਾਂ ਫਿਰ ਜਿਹੜੀ ਇਹ ਇੰਟਰਨੈਸ਼ਨਲ ਟ੍ਰੇਡ ਆਪਾਂ ਕਰਦੇ ਆ ਤਾਂ ਇਹਦੇ ਵਿੱਚ ਕਹਿੰਦੇ ਗੁੱਡਸ ਐਂਡ ਸਰਵਿਸਿਜ਼ ਐਕਸਚੇਂਜ ਹੁੰਦੀਆਂ ਨੇ, ਆਪਾਂ ਬਾਹਰ ਵੀ ਭੇਜਦੇ ਆ ਤੇ ਉਹ ਮੰਗਵਾਉਂਦੇ ਵੀ ਆ। ਤਾਂ ਇਹਦੇ ਥਰੂ ਆਪਣੀ ਜਿਹੜੀ ਇਕਨੋਮੀ ਉਹਦੇ ਵਿੱਚ ਇਨਫਲੋ ਐਂਡ ਆਊਟਫਲੋ ਆਫ ਇਨਕਮ ਵੀ ਹੁੰਦਾ ਹੈ। ਉਸ ਤੋਂ ਇਲਾਵਾ ਕਹਿੰਦੇ ਸਰਵਿਸਿਜ਼ ਐਕਸਚੇਂਜ ਹੁੰਦੀਆਂ ਨੇ, ਜਿਨ੍ਹਾਂ ਦਾ ਕਹਿੰਦੇ ਆਪਣੀ ਜਿਹੜੀ ਐਗਰੀਗੇਟ ਡਿਮਾਂਡ ਹੈ ਉਸ ਤੇ ਇਫੈਕਟ ਪੈਂਦਾ ਹੈ। ਜੇ ਐਗਰੀਗੇਟ ਡਿਮਾਂਡ ਤੇ ਇਫੈਕਟ ਪਏਗਾ ਤਾਂ ਕਹਿੰਦੇ ਆਪਣੀ ਜਿਹੜੀ ਆਊਟਪੁੱਟ ਹੈ ਉਹਦੇ ਤੇ ਵੀ ਇਫੈਕਟ ਪਏਗਾ, ਕਿਉਂਕਿ ਐਗਰੀਗੇਟ ਡਿਮਾਂਡ ਤੇ ਹੀ ਜਿਹੜੀ ਐਗਰੀਗੇਟ ਆਊਟਪੁੱਟ ਆਪਣੀ ਡਿਪੈਂਡ ਕਰਦੀ ਆ। ਅਗਰ ਐਗਰੀਗੇਟ ਆਊਟ ਜਿਹੜੀ ਡਿਮਾਂਡ ਹੈ ਇਨਕਰੀਜ਼ ਹੁੰਦੀ ਹੈ ਤਾਂ ਐਗਰੀਗੇਟ ਆਊਟਪੁੱਟ ਵੀ ਇਨਕਰੀਜ਼ ਹੁੰਦੀ ਆ। ਅਗਰ ਐਗਰੀਗੇਟ ਡਿਮਾਂਡ ਡਿਕਰੀਜ਼ ਹੁੰਦੀ ਹੈ ਤਾਂ ਐਗਰੀਗੇਟ ਆਊਟਪੁੱਟ ਵੀ ਕੀ ਹੁੰਦੀ ਹੈ, ਡਿਕਰੀਜ਼ ਹੁੰਦੀ ਆ। ਤਾਂ ਆਪਾਂ ਇਸ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਆਪਣਾ ਐਕਸਟਰਨਲ ਸੈਕਟਰ ਹੈ ਉਹ ਵਰਕ ਕਰਦਾ ਆਪਣੀ ਇਕਨੋਮੀ ਦੇ ਲਈ। ਤਾਂ ਇਹਦੇ ਵਿੱਚ ਕਹਿੰਦੇ ਕੁਝ ਪੁਆਇੰਟਸ ਨੇ ਮੇਨ ਆਪਾਂ ਜੋ ਦੇਖਾਂਗੇ। ਠੀਕ ਹੈ, ਤਾਂ ਫਰਸਟਲੀ ਕਹਿੰਦੇ ਇਹਦੇ ਵਿੱਚ ਕੀ ਹੁੰਦਾ, ਬੈਲੈਂਸ ਆਫ ਪੇਮੈਂਟ ਹੁੰਦਾ। ਕਹਿੰਦੇ BOP ਹੁੰਦਾ, BOP ਜਿਹੜਾ ਹੈ ਉਹ ਕੀ ਹੁੰਦਾ, ਇੱਕ ਸਟੇਟਮੈਂਟ ਆਫ ਅਕਾਊਂਟਸ ਆਫ ਆਲ ਦਾ ਰਿਸਿਪਟਸ ਐਂਡ ਪੇਮੈਂਟਸ। ਕਹਿੰਦੇ ਜਿਹੜੀਆਂ ਸਾਨੂੰ ਕੀ ਦੱਸਦਾ ਹੈ BOP, ਸਾਰੀਆਂ ਰਿਸਿਪਟਸ ਤੇ ਪੇਮੈਂਟਸ ਦੱਸਦਾ ਹੈ ਕਿ ਕਿੰਨੇ ਕਿਸੇ ਕੰਟਰੀ ਨੇ ਵਰਲਡ ਤੋਂ ਰਿਸਿਪਟਸ ਮੀਨਸ ਆਪਣੀਆਂ ਲੈਣਦਾਰੀਆਂ ਨੇ ਉਹਦੀਆਂ ਕਿੰਨੀਆਂ ਦੇਣਦਾਰੀਆਂ ਨੇ, ਕਿੰਨੀਆਂ ਪੇਮੈਂਟਸ ਨੇ। ਕਹਿੰਦੇ ਇਟ ਰਿਕਾਰਡਸ ਆਲ ਇਕਨੋਮਿਕ ਟ੍ਰਾਂਜੈਕਸ਼ਨ ਆਫ ਅ ਕੰਟਰੀ ਵਿਦ ਦ ਰੈਸਟ ਆਫ ਦ ਵਰਲਡ। ਕਹਿੰਦੇ ਇਹਦੇ ਵਿੱਚ ਸਾਰਾ ਰਿਕਾਰਡ ਹੁੰਦਾ BOP ਦੇ ਵਿੱਚ ਕਿ ਕਿੰਨੀਆਂ ਟ੍ਰਾਂਜੈਕਸ਼ਨ ਨੇ ਜਿਹੜੀਆਂ ਉਹ ਸਾਡੀ ਕੰਟਰੀ ਦੇ ਦੁਆਰਾ ਡਿਫਰੈਂਟ ਕੰਟਰੀਜ਼ ਦੇ ਵਿੱਚ ਹੋਈਆਂ ਨੇ। This is the statistical record of the transactions which indicates its economic relationship with the other countries of the world। ਕਹਿੰਦੇ BOP ਦੇ ਥਰੂ ਹੀ ਜਿਹੜਾ ਡਿਫਰੈਂਟ ਕੰਟਰੀਜ਼ ਦੇ ਨਾਲ ਰਿਲੇਸ਼ਨ ਹੈ ਆਪਣੀ ਕੰਟਰੀ ਦਾ ਉਹ ਦੇਖਿਆ ਜਾ ਸਕਦਾ ਹੈ। ਆਪਾਂ ਮੋਸਟਲੀ ਕਹਿ ਦਿੰਦੇ ਆ ਕੰਟਰੀ ਹੈਜ਼ ਦਾ ਡੀਲ ਵਿਦ ਅਦਰ ਕੰਟਰੀਜ਼ ਇਨ ਰਿਸਪੈਕਟ ਆਫ 3 ਆਈਟਮਸ। ਕਹਿੰਦੇ ਜਦੋਂ ਇੱਕ ਕੰਟਰੀ ਤੋਂ ਦੂਸਰੀਆਂ ਕੰਟਰੀਜ਼ ਦੇ ਵਿੱਚ ਜਿਹੜੀਆਂ ਗੁੱਡਸ ਐਂਡ ਸਰਵਿਸਿਜ਼ ਐਕਸਚੇਂਜ ਹੁੰਦੀਆਂ ਨੇ ਤਾਂ ਉਹਦੇ ਵਿੱਚ ਮੋਸਟਲੀ 3 ਆਈਟਮਸ ਹੁੰਦੀਆਂ ਨੇ ਜੋ ਕਹਿੰਦੇ ਲਈਆਂ ਜਾਂਦੀਆਂ ਨੇ। ਫਰਸਟ ਇਜ਼ ਅ ਵਿਜ਼ੀਬਲ ਗੁੱਡਸ ਐਂਡ ਵਿਜ਼ੀਬਲ ਗੁੱਡਸ। ਵਿਜ਼ੀਬਲ ਗੁੱਡਸ ਕਈ ਹੁੰਦੀਆਂ ਨੇ ਜਿਹੜੀਆਂ ਇਨਕਲੂਡ ਕਰਦੀਆਂ ਨੇ ਆਲ ਟਾਈਪ ਆਫ ਫਿਜ਼ੀਕਲ ਗੁੱਡਸ ਐਕਸਪੋਰਟਡ ਔਰ ਇੰਪੋਰਟਡ, ਜਿਹਦੇ ਵਿੱਚ ਕਹਿੰਦੇ ਵਿਜ਼ੀਬਲ ਗੁੱਡਸ ਹੋ ਗਈਆਂ ਜਿਵੇਂ ਕਿ ਆਪਣਾ ਫਰਨੀਚਰ ਹੋ ਗਿਆ, ਕਾਸਮੈਟਿਕ ਹੋ ਗਿਆ, ਠੀਕ ਹੈ, ਐਂਡ ਇਲੈਕਟ੍ਰੋਨਿਕਸ ਦਾ ਸਮਾਨ ਹੋ ਗਿਆ ਜਿਹਨੂੰ ਛੂਇਆ ਜਾ ਸਕਦਾ, ਜਿਹੜੇ ਪ੍ਰੋਡਕਟਸ ਨੇ ਜਦੋਂ ਉਹਨਾਂ ਦੀ ਐਕਸਚੇਂਜ ਹੁੰਦੀ ਆ ਦੈਟ ਇਜ਼ ਕਾਲਡ ਵਿਜ਼ੀਬਲ ਗੁੱਡਸ। ਐਂਡ ਦ ਨੈਕਸਟ ਇਜ਼ ਦਾ ਇਨਵਿਜ਼ੀਬਲ ਗੁੱਡਸ। ਠੀਕ ਹੈ, ਕਹਿੰਦੇ ਇਟ ਹੈਵ ਇਨਵਿਜ਼ੀਬਲ ਗੁੱਡਸ ਨੇ ਵਿਚ included all those services whose export and import are not visible। ਇਨਵਿਜ਼ੀਬਲ ਗੁੱਡਸ ਦੇ ਵਿੱਚ ਉਹ ਹੋਣਗੀਆਂ ਅਦ੍ਰਿਸ਼ ਕਹਿੰਦੇ ਵਸਤਾਂ ਹੋਣਗੀਆਂ ਜਿਨ੍ਹਾਂ ਨੂੰ ਦੇਖਿਆ ਨਹੀਂ ਜਾ ਸਕਦਾ, ਜਿਵੇਂ ਕਿ ਸਰਵਿਸਿਜ਼ ਹੋ ਗਿਆ, ਇਹਦੇ ਵਿੱਚ ਬੈਂਕਿੰਗ ਸਰਵਿਸਿਜ਼ ਹੋ ਗਿਆ, ਆਪਣਾ ਟੂਰਿਜ਼ਮ ਹੋ ਗਿਆ, ਇੰਸ਼ੋਰੈਂਸ ਹੋ ਗਿਆ, ਠੀਕ ਹੈ, communications ਹੋ ਗਿਆ। and the next is the capital transfers which are the concerned with capital receipts and payments। ਕਹਿੰਦੇ ਇਹਦੇ ਵਿੱਚ ਕੈਪੀਟਲ ਦਾ ਲੈਣ ਦੇਣ ਹੁੰਦਾ ਹੈ ਜਦੋਂ ਉਹਨੂੰ ਕੈਪੀਟਲ ਟ੍ਰਾਂਸਫਰਸ ਕਹਿੰਦੇ ਆ। ਤਦ ਆਪਾਂ ਕਹਿੰਦੇ ਕਿ ਟ੍ਰੇਡਰਸ ਨੇ ਜਿਹੜੇ ਈਚ ਕੰਟਰੀ ਦੇ ਉਹ ਬੈਲੈਂਸ ਬਣਾ ਕੇ ਰੱਖਣਾ ਚਾਹੁੰਦੇ ਨੇ ਆਪਣੇ ਆਲ ਆਈਟਮਸ ਦੇ ਵਿੱਚ, ਜੋ ਸਾਰੀਆਂ ਆਈਟਮਸ ਨੇ ਕਿ ਜਿੰਨੀਆਂ ਆਪਾਂ ਮੰਗਵਾਉਂਦੇ ਆ ਉਨੀਆਂ ਹੀ ਆਪਾਂ ਨੇ ਉਨੀਆਂ ਹੀ ਭੇਜਦੇ ਆਪਾਂ। ਤਾਂ ਫਿਰ ਕਹਿੰਦੇ ਇੱਥੇ ਕੀ ਆ, ਓਵਰਆਲ ਜਿਹੜੀ ਆਪਣੀ ਬੈਲੈਂਸ ਪੋਜੀਸ਼ਨ ਆ ਉਹ ਚੈੱਕ ਕੀਤੀ ਜਾਂਦੀ ਹੈ ਕਿ BOP ਕਹਿੰਦੇ ਕਿਸ ਪੋਜੀਸ਼ਨ ਦੇ ਵਿੱਚ ਹੈ ਜਦੋਂ ਦੂਸਰੀਆਂ ਕੰਟਰੀਜ਼ ਦੇ ਨਾਲ ਜਿਹੜੀ ਹੈ ਇੰਟਰਨੈਸ਼ਨਲ ਟ੍ਰੇਡ ਹੁੰਦੀ ਆ। ਕਹਿੰਦੇ 3 ਪੋਜੀਸ਼ਨਸ ਨੇ ਜਿਹੜੀਆਂ ਉਹ BOP ਦੀਆਂ ਹੋ ਸਕਦੀਆਂ ਨੇ। ਫਰਸਟ ਕਹਿੰਦੇ ਆ ਬੈਲੈਂਸ BOP, ਸੈਕੰਡ ਇਜ਼ ਅ ਨੈਗੇਟਿਵ ਅਨਫੇਵਰਲ BOP ਬੋਲਦੇ ਆ ਜਿਹਨੂੰ, ਐਂਡ ਥਰਡ ਇਜ਼ ਅ ਪੋਜ਼ਿਟਿਵ ਜਿਹਨੂੰ ਫੇਵਰਲ BOP ਬੋਲਦੇ ਆ। ਵਨ ਬਾਈ ਵਨ ਆਪਾਂ ਦੇਖਾਂਗੇ ਕਿ ਕੀ ਹੁੰਦੇ ਨੇ। ਕਹਿੰਦੇ when the difference of value of import and exports of only physical goods or visible items
is taken into called balance of trade। ਇੱਕ ਤਾਂ ਹੁੰਦਾ balance of payment, ਇੱਕ ਹੁੰਦਾ balance of trade। ਜਿਹੜਾ balance of trade ਹੈ ਉਹ balance of payments ਦਾ ਹੀ ਇੱਕ ਕੀ ਹੈ, ਇੱਕ ਆਈਟਮ ਹੈ। ਜਿਵੇਂ ਕਿ balance of payments ਦੇ ਵਿੱਚ 3 ਆਈਟਮਸ ਆਉਂਦੀਆਂ ਨੇ, ਵਿਜ਼ੀਬਲ, ਇਨਵਿਜ਼ੀਬਲ ਤੇ ਕੈਪੀਟਲ ਟ੍ਰਾਂਸਫਰਸ। ਲੇਕਿਨ ਜਿਹੜਾ ਆਪਣਾ balance of trade ਹੈ ਉਹ ਵੀ ਕੀ ਆ, ਆਪਣਾ BOP ਦਾ ਹੀ ਇੱਕ ਪਾਰਟ ਹੈ। ਬੈਲੈਂਸ ਆਫ ਟ੍ਰੇਡ ਦੇ ਵਿੱਚ ਸਿਰਫ ਵਿਜ਼ੀਬਲ ਗੁੱਡਸ ਆਉਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਦੇਖ ਸਕਦੇ ਹਾਂ, ਠੀਕ ਹੈ। ਤਾਂ ਕਹਿੰਦੇ ਜਿਹੜਾ ਡਿਫਰੈਂਸ ਕੀ ਹੈ ਇਹਨਾਂ ਦੇ ਵਿੱਚ, ਇਹਦੇ ਵਿੱਚ ਸਿਰਫ ਇੰਪੋਰਟ ਐਂਡ ਐਕਸਪੋਰਟ ਆਫ ਕਹਿੰਦੇ ਇਨਵਿਜ਼ੀਬਲ ਗੁੱਡਸ ਆਉਂਦਾ, ਜਦੋਂ ਕਿ BOP ਦੇ ਵਿੱਚ ਕੀ ਹੁੰਦਾ, ਐਕਸਪੋਰਟ ਐਂਡ ਇੰਪੋਰਟ ਆਫ ਆਲ 3 ਆਈਟਮਸ with overall record of the economic transactions of a country in a given period of time with rest of the world। ਪੂਰੇ ਵਰਡ ਦੇ ਵਿੱਚ ਤਾਂ ਆਪਾਂ ਇਹਦੀ ਡੈਫੀਨੇਸ਼ਨ ਦੇ ਸਕਦੇ ਹਾਂ ਕਿ ਵਾਟ ਇਜ਼ ਐਕਸਟਰਨਲਸ ਔਰ ਫੋਰਨ ਟ੍ਰੇਡ। ਕਹਿੰਦੇ BOP ਕੀ ਹੁੰਦਾ ਹੈ, ਬੈਨਹਾਮ ਨੇ ਬੋਲਿਆ ਹੈ, ਅਕੋਰਡਿੰਗ ਟੂ ਬੈਨਹਾਮ, ਬੈਲੈਂਸ ਆਫ ਪੇਮੈਂਟ ਆਫ ਅ ਕੰਟਰੀ ਇਜ਼ ਦਾ ਰਿਕਾਰਡ ਆਫ ਦਾ ਮੋਨੇਟਰੀ ਟ੍ਰਾਂਜੈਕਸ਼ਨਸ। ਕਹਿੰਦੇ ਬੈਲੈਂਸ ਆਫ ਪੇਮੈਂਟ ਹੈ ਜਿਹੜਾ ਉਹ ਕਿਸ ਚੀਜ਼ ਦਾ ਰਿਕਾਰਡ ਹੈ, ਕਹਿੰਦੇ ਉਹ ਰਿਕਾਰਡ ਹੈ ਮੋਨੇਟਰੀ ਟ੍ਰਾਂਜੈਕਸ਼ਨਸ ਆਫ ਆਲ ਆਈਟਮਸ ਜਿਹੜੀਆਂ ਇੱਕ ਪਰਟੀਕੂਲਰ ਟਾਈਮ ਪੀਰੀਅਡ ਦੇ ਵਿੱਚ ਇੱਕ ਕੰਟਰੀ ਦੇ ਦੁਆਰਾ ਦੂਸਰੇ ਕੰਟਰੀਜ਼ ਦੇ ਨਾਲ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਬੈਲੈਂਸ ਆਫ ਪੇਮੈਂਟ ਸਾਨੂੰ ਕੀ ਦੱਸਦਾ, ਟ੍ਰਾਂਜੈਕਸ਼ਨਸ ਦੱਸਦਾ। ਤਾਂ ਮੋਸਟਲੀ ਜਿਹੜੇ ਫੀਚਰਸ ਨੇ BOP ਦੇ ਕੀ ਨੇ ਉਹ, ਤਾਂ ਬੈਲੈਂਸ ਆਫ ਪੇਮੈਂਟਸ ਦੇ ਫੀਚਰਸ ਨੇ ਆ ਸਿਸਟਮੈਟਿਕ ਰਿਕਾਰਡ। ਕਹਿੰਦੇ ਇਟ ਇਜ਼ ਅ ਸਿਸਟਮੈਟਿਕ ਰਿਕਾਰਡ ਆਫ ਰਿਸਿਪਟਸ ਐਂਡ ਪੇਮੈਂਟਸ ਆਫ ਅ ਕੰਟਰੀ ਵਿਦ ਦਾ ਅਦਰ ਕੰਟਰੀ। ਜਿਵੇਂ ਕਿ ਤੁਸੀਂ ਇਸ ਟੇਬਲ ਦੇ ਵਿੱਚ ਦੇਖ ਸਕਦੇ ਹੋ, ਇਹਦੇ ਵਿੱਚ ਰਿਸਿਪਟਸ ਮੀਨਸ ਅਰਨਿੰਗ ਦਿਖਾਈ ਹੋਈ ਆਪਣੀ, ਜੋ ਇਨਕਮ ਇਨਫਲੋ ਹੋ ਰਹੀ ਹੈ, ਐਂਡ ਪੇਮੈਂਟਸ ਜੋ ਆਊਟਫਲੋ ਹੋ ਰਹੀ ਹੈ ਮਾਈਨਸ ਦੇ ਵਿੱਚ ਆਪਾਂ ਨੂੰ ਉਹ ਦਿਖਾਈ ਰਹੀ ਆ। ਫਿਕਸਡ ਪੀਰੀਅਡ ਆਫ ਟਾਈਮ, ਇੱਕ ਇਹਦੇ ਵਿੱਚ ਪਰਟੀਕੂਲਰ ਟਾਈਮ ਪੀਰੀਅਡ ਦੀ ਗੱਲ ਕੀਤੀ ਗਈ ਹੈ। BOP ਦਿਖਾਇਆ ਹੈ 18 ਤੋਂ 19, 2018 ਤੋਂ 19, 1 ਈਅਰ ਦਾ BOP ਸਾਨੂੰ ਦਿਖਾਇਆ ਹੋਇਆ ਹੈ। ਫਿਕਸ ਪੀਰੀਅਡ ਆਫ ਟਾਈਮ ਕਹਿੰਦੇ ਇਹਦੇ ਵਿੱਚ ਲਿੱਤਾ ਜਾਂਦਾ ਹੈ। ਤੇ ਨੈਕਸਟ ਇਜ਼ ਅ ਕੰਪਰੀਹੈਂਸਿਵ, ਜਿਵੇਂ ਕਿ ਬੈਲੈਂਸ ਆਫ ਟ੍ਰੇਡ ਇਜ਼ ਅ ਨੈਰੋ ਟਰਮਸ, ਉਹਦੇ ਵਿੱਚ ਸਿਰਫ ਆਪਣਾ ਵਿਜ਼ੀਬਲ ਗੁੱਡਸ ਦੇ ਇੰਪੋਰਟ ਐਕਸਪੋਰਟ ਆਉਂਦੇ ਨੇ। ਲੇਕਿਨ ਜਿਹੜਾ ਆਪਣਾ ਬੈਲੈਂਸ ਆਫ ਪੇਮੈਂਟ ਹੈ, ਦਿਸ ਇਜ਼ ਅ comprehensive term, ਇਹਦੇ ਵਿੱਚ ਕਰੰਟ ਅਕਾਊਂਟ ਪਲੱਸ ਕੈਪੀਟਲ ਅਕਾਊਂਟਸ, ਐਰਰ ਐਂਡ ਓਮਿਸ਼ਨਸ ਐਂਡ ਓਵਰਆਲ ਬੈਲੈਂਸ ਆਉਂਦਾ ਹੈ। ਐਂਡ ਦ ਨੈਕਸਟ ਇਜ਼ ਡਬਲ ਐਂਟਰੀ ਸਿਸਟਮਸ। ਕਹਿੰਦੇ ਰਿਸਿਪਟਸ ਐਂਡ ਪੇਮੈਂਟਸ ਆਰ ਰਿਕਾਰਡਡ ਔਨ ਦ ਬੇਸਿਸ ਆਫ ਡਬਲ ਐਂਟਰੀ ਸਿਸਟਮ। self balanced, ਕਹਿੰਦੇ from the point of view accounting and double entry system keeps automatically debit and credit sides account is balanced। ਕਹਿੰਦੇ ਆਟੋਮੈਟਿਕਲੀ ਜਿਹੜਾ BOP ਆ ਉਹ ਬੈਲੈਂਸ ਦੇ ਵਿੱਚ ਹੋ ਸਕਦਾ ਹੈ, ਰਿਸਿਪਟਸ ਐਂਡ ਪੇਮੈਂਟਸ ਇਕੁਅਲ ਹੋ ਜਾਂਦੀਆਂ ਨੇ ਇਹਦੀਆਂ। ਐਡਜਸਟਮੈਂਟਸ ਆਫ ਡਿਫਰੈਂਸਿਸ, ਕਹਿੰਦੇ there is a difference in actual total receipts or payments need it fell to necessary adjustments। all ਆਈਟਮਸ ਨੇ ਜਿਹੜੀਆਂ ਇਹ ਗਵਰਨਮੈਂਟ ਦੇ ਅੰਡਰ ਵੀ ਹੋ ਸਕਦੀਆਂ ਨੇ ਤੇ ਨਾਨ ਗਵਰਨਮੈਂਟ ਦੇ ਅੰਡਰ ਵੀ ਹੋ ਸਕਦੀਆਂ ਨੇ। ਤਾਂ ਬੈਲੈਂਸ ਆਫ ਟ੍ਰੇਡ ਕੀ ਆ, ਤਾਂ ਆਪਣਾ ਪ੍ਰੋਫੈਸਰ ਬਨਹੈਮ ਦੇ ਅਨੁਸਾਰ balance of trade of a country is the relationship over a period of time between the value of her export and value of her imports। ਤਾਂ ਜਿਹੜਾ ਆਪਣਾ ਬੈਲੈਂਸ ਆਫ ਟ੍ਰੇਡ ਹੈ, ਕਹਿੰਦੇ ਇਹ ਫੇਵਰੇਬਲ ਵੀ ਹੋ ਸਕਦਾ ਹੈ, ਇਹ ਅਨਫੇਵਰੇਬਲ ਵੀ ਹੋ ਸਕਦਾ ਹੈ। ਕਹਿੰਦੇ ਜਿਹੜਾ ਬੈਲੈਂਸ ਆਫ ਟ੍ਰੇਡ ਹੈ ਜਿਹਦੇ ਵਿੱਚ ਸਿਰਫ ਇਨਵਿਜ਼ੀਬਲ ਗੁੱਡਸ ਆਉਂਦੀਆਂ ਨੇ, ਇਨਵਿਜ਼ੀਬਲ ਗੁੱਡਸ ਮੀਨਸ ਜਿਹੜੀਆਂ ਗੁੱਡਸ ਐਕਸਪੋਰਟ ਤੇ ਇੰਪੋਰਟ ਆਉਂਦੇ ਨੇ ਸਿਰਫ ਵਿਜ਼ੀਬਲ ਗੁੱਡਸ ਤੇ ਪ੍ਰੋਡਕਟਸ ਤੇ। ਕਹਿੰਦੇ ਬੈਲੈਂਸ ਆਫ ਟ੍ਰੇਡ ਇਹ ਫੇਵਰੇਬਲ ਵੀ ਹੋ ਸਕਦਾ ਹੈ। ਜਦੋਂ ਇਹ ਫੇਵਰੇਬਲ ਬੈਲੈਂਸ ਆਫ ਟ੍ਰੇਡ ਹੋਏਗਾ ਤਾਂ ਇਟਸ ਮੀਨਸ ਬੈਲੈਂਸ ਆਫ ਟ੍ਰੇਡ ਦੇ ਵਿੱਚ ਸਰਪਲਸ ਹੈ। ਕਹਿੰਦੇ ਬੈਲੈਂਸ ਆਫ ਟ੍ਰੇਡ ਅਨਫੇਵਰੇਬਲ ਵੀ ਹੋ ਸਕਦਾ ਹੈ। ਅਨਫੇਵਰੇਬਲ ਦਾ ਮਤਲਬ ਕਿ ਬੈਲੈਂਸ ਆਫ ਟ੍ਰੇਡ ਦੇ ਵਿੱਚ ਡੈਫਿਸਿਟ ਹੈ। ਐਂਡ ਇਕੁਇਲਿਬ੍ਰੀਅਮ ਇਨ ਬੈਲੈਂਸ ਆਫ ਟ੍ਰੇਡ, ਕਿ ਬੈਲੈਂਸ ਆਫ ਟ੍ਰੇਡ ਜਿਹੜਾ ਉਹ ਇਕੁਇਲਿਬ੍ਰੀਅਮ ਦੇ ਵਿੱਚ ਵੀ ਹੋ ਸਕਦਾ ਹੈ। ਤਾਂ ਫਸਟ ਆਫ ਆਲ ਸਰਪਲਸ ਔਰ ਫੇਵਰੇਬਲ ਬੈਲੈਂਸ ਆਫ ਟ੍ਰੇਡ, ਕਿ BOP ਜਿਹੜਾ ਆਪਣਾ ਹੈ ਉਹ ਫੇਵਰੇਬਲ ਕਦੋਂ ਹੋਏਗਾ। ਅ ਕੰਟਰੀ ਮੇ ਹੈਵ ਫੇਵਰੇਬਲ ਔਰ ਸਰਪਲਸ ਬੈਲੈਂਸ ਆਫ ਟ੍ਰੇਡ ਵੈਨ ਦਾ ਟੋਟਲ ਵੈਲਿਊ ਆਫ ਗੁੱਡਸ ਐਕਸਪੋਰਟਡ ਬਾਏ it is more than the total value of goods imported by it। ਕਹਿੰਦੇ ਜਦੋਂ ਇੱਕ ਕੰਟਰੀ ਦੇ ਵਿੱਚ ਦੇਖੋ ਜੋ ਗੁੱਡਸ ਬਾਹਰ ਭੇਜੇ ਜਾਂਦੀਆਂ ਨੇ that is called export, and ਜੋ ਬਾਹਰ ਤੋਂ ਮੰਗਵਾਈਆਂ ਜਾਂਦੀਆਂ ਨੇ ਉਹ ਇੰਪੋਰਟ ਹੁੰਦੇ ਨੇ।
ਜਦੋਂ ਅਸੀਂ ਬਾਹਰ ਗੁੱਡਸ ਭੇਜਦੇ ਹਾਂ ਤਾਂ ਉਹਨਾਂ ਦੇ ਬਦਲੇ ਸਾਨੂੰ ਕੀ ਮਿਲਦੀ ਹੈ, ਫੋਰਨ ਕਰੰਸੀ ਮਿਲਦੀ ਹੈ ਜੋ ਸਾਡੀ ਕੰਟਰੀ ਦੇ ਵਿੱਚ ਆਉਂਦੀ ਆ। ਤੇ ਜਦੋਂ ਅਸੀਂ ਬਾਹਰ ਤੋਂ ਚੀਜ਼ਾਂ ਮੰਗਵਾਉਂਦੇ ਆ ਤਦ ਕੀ ਹੁੰਦਾ, ਆਪਣੀ ਕੰਟਰੀ ਚੋਂ ਆਊਟਫਲੋ ਜਾਂਦਾ ਹੈ, ਆਪਣੀ ਕੰਟਰੀ ਦੀ ਕਰੰਸੀ ਕੀ ਆ ਬਾਹਰ ਜਾਂਦੀ ਹੈ ਤੇ ਬਾਹਰ ਤੋਂ ਚੀਜ਼ਾਂ ਇੱਧਰ ਆਉਂਦੀਆਂ ਨੇ। ਤਾਂ ਬੈਲੈਂਸ ਆਫ ਟ੍ਰੇਡ ਦੇ ਵਿੱਚ ਸਿਰਫ ਵਿਜ਼ੀਬਲ ਆਈਟਮਸ ਆਉਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਦੇਖਦੇ ਹਾਂ ਤੇ ਉਹਨਾਂ ਦਾ ਐਕਸਪੋਰਟ ਇੰਪੋਰਟ ਹੁੰਦਾ ਹੈ। ਕਹਿੰਦੇ ਜਿਹੜਾ ਬੈਲੈਂਸ ਆਫ ਟ੍ਰੇਡ ਹੈ ਉਹ ਕਦੋਂ ਫੇਵਰੇਬਲ ਹੋਏਗਾ, ਜਦੋਂ ਜਿਹੜੇ ਆਪਣੇ ਐਕਸਪੋਰਟਸ ਨੇ ਉਹ ਗ੍ਰੇਟਰ ਦੈਨ ਇੰਪੋਰਟਸ ਹੋਣ, ਮੀਨਸ ਆਪਣੀਆਂ ਰਿਸਿਪਟਸ ਜ਼ਿਆਦਾ ਹੋਣ ਤੇ ਪੇਮੈਂਟਸ ਘੱਟ ਹੋਣ, ਉਦੋਂ ਬੈਲੈਂਸ ਆਫ ਟ੍ਰੇਡ ਕੀ ਹੁੰਦਾ ਹੈ, ਫੇਵਰੇਬਲ ਹੁੰਦਾ ਹੈ। ਐਂਡ ਦ ਨੈਕਸਟ ਇਜ਼ ਅ ਡੈਫਿਸਿਟ ਔਰ ਅਨਫੇਵਰੇਬਲ ਬੈਲੈਂਸ ਆਫ ਪੇਮੈਂਟ। ਕਹਿੰਦੇ ਜਿਹੜਾ ਬੈਲੈਂਸ ਆਫ ਪੇਮੈਂਟ ਆ ਉਹ ਅਨਫੇਵਰੇਬਲ ਕਦੋਂ ਹੁੰਦਾ ਹੈ, ਜਦੋਂ ਕਹਿੰਦੇ a country may have unfavorable or deficit balance of trade when the total value of goods imported by it is more than total value of goods exported by it। ਕਹਿੰਦੇ ਜਦੋਂ ਜਿਹੜੀ ਵੈਲਿਊਜ਼ ਹੈ ਇੰਪੋਰਟ ਕੀਤੀ ਜਾਣ ਵਾਲੀਆਂ ਗੁੱਡਸ ਦੀ ਜ਼ਿਆਦਾ ਹੁੰਦੀ ਹੈ ਕੀ ਤੋਂ, ਐਕਸਪੋਰਟ ਕੀਤੀਆਂ ਜਾਣ ਵਾਲੀਆਂ ਗੁੱਡਸ ਤੋਂ, ਮੀਨਸ ਜਿਹੜੇ ਇੰਪੋਰਟਸ ਹੁੰਦੇ ਨੇ ਗ੍ਰੇਟਰ ਦੈਨ ਐਕਸਪੋਰਟਸ ਹੋਣਗੇ ਤਦ ਕੀ ਹੋਏਗਾ, ਆਪਾਂ ਨੂੰ ਡੈਫਿਸਿਟ ਇਨ ਬੈਲੈਂਸ ਆਫ ਟ੍ਰੇਡ ਹੋਏਗਾ। ਠੀਕ ਹੈ, ਅਨਫੇਵਰੇਬਲ ਬੈਲੈਂਸ ਆਫ ਟ੍ਰੇਡ ਹੋਏਗਾ ਜਦੋਂ ਇੰਪੋਰਟ ਗ੍ਰੇਟਰ ਦੈਨ ਐਕਸਪੋਰਟਸ ਨੇ, ਮੀਨਸ ਆਪਣੇ ਪੇਮੈਂਟਸ ਜ਼ਿਆਦਾ ਨੇ ਤੇ ਰਿਸਿਪਟਸ ਕੀ ਨੇ, ਘੱਟ ਨੇ। ਐਂਡ ਦ ਨੈਕਸਟ ਇਜ਼ ਇਕੁਇਲਿਬ੍ਰੀਅਮ ਇਨ ਬੈਲੈਂਸ ਆਫ ਟ੍ਰੇਡ, ਕਿ ਬੈਲੈਂਸ ਆਫ ਟ੍ਰੇਡ ਦੇ ਵਿੱਚ ਇਕੁਇਲਿਬ੍ਰੀਅਮ ਕਦੋਂ ਹੋਏਗਾ, ਕਹਿੰਦੇ ਅ ਕੰਟਰੀ ਮੇ ਹੈਵ ਇਨ ਇਕੁਇਲਿਬ੍ਰੀਅਮ, ਮੀਨਸ ਇਕੁਇਲਿਬ੍ਰੀਅਮ ਜੀਡੀਪੀ ਉੱਥੇ ਹੋਏਗੀ ਜਿੱਥੇ ਕਹਿੰਦੇ ਟੋਟਲ ਵੈਲਿਊ ਆਫ ਗੁੱਡਸ ਐਕਸਪੋਰਟਡ ਬਾਈ ਇਟਸ ਇਕੁਅਲ ਟੂ ਟੋਟਲ ਵੈਲਿਊ ਆਫ ਗੁੱਡਸ ਇੰਪੋਰਟਡ ਬਾਈ ਇਟ, ਜਿੱਥੇ ਕਹਿੰਦੇ ਐਕਸਪੋਰਟਸ ਇਕੁਅਲ ਟੂ ਇੰਪੋਰਟ ਹੋਣਗੇ ਉੱਥੇ ਬੈਲੈਂਸ ਆਫ ਟ੍ਰੇਡ ਜ਼ੀਰੋ ਹੋਏਗਾ, ਤਾਂ ਉੱਥੇ ਕੀ ਹੈ ਬੈਲੈਂਸ ਆਫ ਟ੍ਰੇਡ ਆਪਣਾ ਬੈਲੈਂਸ ਦੇ ਵਿੱਚ ਹੋਏਗਾ। ਤਾਂ ਬੈਲੈਂਸ ਆਫ ਪੇਮੈਂਟਸ ਕਹਿੰਦੇ ਕੀ ਆ ਉਹ ਵੀ ਪੋਜ਼ਿਟਿਵ ਤੇ ਨੈਗੇਟਿਵ ਹੋ ਸਕਦਾ ਹੈ, ਜਿਹੜਾ ਕਿ ਆਪਾਂ ਦੇਖਾਂਗੇ। ਤਾਂ ਬੈਲੈਂਸ ਆਫ ਪੇਮੈਂਟਸ ਦੇ ਵਿੱਚ ਇਨਵਿਜ਼ੀਬਲ ਆਈਟਮਸ ਕੈਪੀਟਲ ਟ੍ਰਾਂਸਫਰਸ ਆਉਂਦੀਆਂ ਨੇ, ਠੀਕ ਹੈ, ਇਨਵਿਜ਼ੀਬਲ ਆਈਟਮਸ ਆਉਂਦੀਆਂ ਨੇ, ਕੰਪਰੀਹੈਂਸਿਵ ਟਰਮ ਹੈ। ਐਂਡ ਉਸ ਤੋਂ ਬਾਅਦ ਹੈ ਆਪਣਾ, ਤੁਸੀਂ ਉੱਪਰ ਦੇਖ ਸਕਦੇ ਹੋ ਟਾਈਪਸ ਆਫ ਫਲੋ ਇਨ ਐਨ ਓਪਨ ਇਕੋਨਮੀ। ਆਪਣੀ ਜਿਹੜੀ ਇਕੋਨਮੀ ਆ ਓਪਨ ਇਕੋਨਮੀ ਹੈ, ਓਪਨ ਇਕੋਨਮੀ ਦੇ ਵਿੱਚ ਮੀਨਸ ਇੰਟਰਨੈਸ਼ਨਲ ਟ੍ਰੇਡ ਹੁੰਦੀ ਆ, ਆਪਣੀ ਕੰਟਰੀ ਡਿਫਰੈਂਟ ਕੰਟਰੀਜ਼ ਦੇ ਨਾਲ ਗੁੱਡਸ ਐਂਡ ਸਰਵਿਸਿਜ਼ ਨੂੰ ਐਕਸਚੇਂਜ ਕਰਦੀ ਆ। ਤਾਂ ਇੱਥੇ ਕੀ ਹੁੰਦਾ ਕਹਿੰਦੇ ਐਨ ਓਪਨ ਇਕੋਨਮੀ ਦੇ ਵਿੱਚ ਕਹਿੰਦੇ ਜਿਹੜੀ ਇਕੋਨਮੀ ਆਪਣੀ ਉਸ ਤੇ ਗ੍ਰੋਸ ਡੋਮੈਸਟਿਕ ਪ੍ਰੋਡਕਟ ਅਤੇ ਗ੍ਰੋਸ ਨੈਸ਼ਨਲ ਪ੍ਰੋਡਕਟ ਦੇ ਵਿੱਚ ਡਿਫਰੈਂਸ ਹੁੰਦਾ। ਤਾਂ ਹੁਣ ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਉਹ ਜਿਹੜੀ ਆਪਣੀ ਇੱਕ ਕੰਟਰੀ ਦੀ ਟੈਰੀਟਰੀ ਦੇ ਅੰਡਰ ਜੋ ਇਨਕਮ ਜਨਰੇਟ ਹੋ ਰਹੀ ਹੈ ਉਹਦੀ ਗੱਲ ਕਰਦੀ ਹੈ, ਤੇ ਗ੍ਰੋਸ ਨੈਸ਼ਨਲ ਪ੍ਰੋਡਕਟਸ ਜਿਹੜੀ ਆਪਣੀ ਡੋਮੈਸਟਿਕ ਇਨਕਮ ਹੈ ਪਲੱਸ ਜੋ ਇਨਕਮ ਫਰੋਮ ਐਬਰੋਡ ਆ ਰਹੀ ਆ, ਉਹ ਜਦੋਂ ਪਲੱਸ ਕਰਾਂਗੇ ਤਾਂ ਗ੍ਰੋਸ ਨੈਸ਼ਨਲ ਜਿਹੜੀ ਪ੍ਰੋਡਕਟ ਹੈ ਉਹ ਸਾਡੀ ਮਿਲ ਜਾਏਗੀ। ਸਭ ਤੋਂ ਪਹਿਲਾਂ ਇੱਥੇ ਡਿਫਰੈਂਸ ਦੇਖਦੇ ਆਪਾਂ ਕਿ ਵਾਟ ਇਜ਼ ਅ ਗ੍ਰੋਸ ਡੋਮੈਸਟਿਕ ਪ੍ਰੋਡਕਟ। ਗ੍ਰੋਸ ਡੋਮੈਸਟਿਕ ਪ੍ਰੋਡਕਟ ਹੁੰਦੀ ਹੈ ਜਿਹਨੂੰ ਆਪਾਂ ਜੀਡੀਪੀ ਕਹਿੰਦੇ ਆ। ਆਪਾਂ ਇਕੋਨਮੀ ਦੀ ਇਕੁਇਲਿਬ੍ਰੀਅਮ ਜੀਡੀਪੀ ਦੀ ਗੱਲ ਕਰਦੇ ਆ ਕਿ ਜੀਡੀਪੀ ਇਕੁਇਲਿਬ੍ਰੀਅਮ ਦੇ ਵਿੱਚ ਕਦੋਂ ਹੋਏਗਾ, ਜੀਡੀਪੀ ਇਨਕਰੀਜ਼ ਕਦੋਂ ਹੋਏਗੀ, ਠੀਕ ਹੈ। ਤਾਂ ਇਸ ਦੇ ਵਿੱਚ ਕੀ ਆ, ਗ੍ਰੋਸ ਡੋਮੈਸਟਿਕ ਪ੍ਰੋਡਕਟ ਕੀ ਹੁੰਦਾ ਹੈ, ਕਹਿੰਦੇ ਇੱਕ ਪਰਟੀਕੂਲਰ ਟਾਈਮ ਪੀਰੀਅਡ ਦੇ ਵਿੱਚ ਕਹਿੰਦੇ ਜਿੰਨੀਆਂ ਵੀ ਟੋਟਲ ਗੁੱਡਸ ਐਂਡ ਸਰਵਿਸਿਜ਼ ਨੂੰ ਆਪਾਂ ਪ੍ਰੋਡਿਊਸ ਕਰਦੇ ਆ ਉਹਨਾਂ ਦੀ ਵੈਲਿਊ ਇਜ਼ ਅ ਜੀਡੀਪੀ, ਠੀਕ ਹੈ। ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਕੀ ਸਾਰੀਆਂ ਗੁੱਡਸ ਐਂਡ ਸਰਵਿਸਿਜ਼ ਨੂੰ ਪ੍ਰੋਡਿਊਸ ਕਰਕੇ ਸਾਨੂੰ ਉਹਨਾਂ ਤੋਂ ਕਿੰਨਾ ਜਿਹੜਾ ਇਨਕਮ ਹੈ ਉਹ ਮਿਲ ਰਹੀ ਹੈ, ਦਿਸ ਇਜ਼ ਅ ਜੀਡੀਪੀ। ਐਂਡ ਗ੍ਰੋਸ ਨੈਸ਼ਨਲ ਪ੍ਰੋਡਕਟ ਕਹਿੰਦੇ ਜਦੋਂ ਆਪਾਂ ਕੀ ਕਰਾਂਗੇ ਜੀਡੀਪੀ ਦੇ ਵਿੱਚ ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਜੋ ਆਪਣੀ ਡੋਮੈਸਟਿਕ ਕੰਟਰੀ ਦੇ ਵਿੱਚ ਜਨਰੇਟ ਹੋ ਰਹੀ ਹੈ ਪਲੱਸ ਜੋ ਨੈਸ਼ਨਲ ਇਨਕਮ ਹੈ, ਜੋ ਮਤਲਬ ਦੂਸਰੀ ਨੇਸ਼ਨ ਤੋਂ ਆਪਾਂ ਨੂੰ ਇਨਕਮ ਮਿਲ ਰਹੀ ਹੈ ਉਹ ਪਲੱਸ ਕਰਾਂਗੇ ਤਾਂ ਗ੍ਰੋਸ ਨੈਸ਼ਨਲ ਪ੍ਰੋਡਕਟ ਮਿਲ ਜਾਏਗਾ। ਜਿਵੇਂ ਕਿ GNP ਇਕੁਅਲ ਟੂ GDP ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਪਲੱਸ ਨੈਟ ਫੈਕਟਰ ਇਨਕਮ ਫਰੋਮ ਐਬਰੋਡ, ਮੀਨਸ ਜੋ ਆਪਾਂ ਨੂੰ ਐਬਰੋਡ ਤੋਂ ਨੈਟ ਫੈਕਟਰ ਇਨਕਮ ਆ ਰਹੀ ਹੈ। ਮਤਲਬ ਨੈਟ ਫੈਕਟਰ ਇਨਕਮ ਕੀ ਹੋਗੀ, ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਆਪਣੇ ਬਾਹਰ ਵਾਲੇ ਇੱਥੋਂ ਯੂਜ਼ ਕਰ ਰਹੇ ਨੇ ਤਾਂ ਉਹਨਾਂ ਦੇ ਬਦਲੇ ਉੱਥੋਂ ਇਨਕਮ ਸਾਡੇ ਕੋਲ ਆ ਰਹੀ ਹੈ, ਠੀਕ ਹੈ, ਕਿਉਂਕਿ ਉਹ ਆਪਾਂ ਐਕਸਪੋਰਟ ਕਰ ਰਹੇ ਹਾਂ ਫੈਕਟਰਸ ਨੂੰ, ਫੈਕਟਰਸ ਦੀ ਸਰਵਿਸਿਜ਼ ਨੂੰ। ਐਂਡ ਅਗਰ ਬਾਹਰ ਤੋਂ ਅਸੀਂ ਮੰਗਵਾ ਰਹੇ ਹਾਂ ਤਾਂ ਇਟਸ ਮੀਨ ਸਾਡੀ ਇਨਕਮ ਬਾਹਰ ਜਾ ਰਹੀ ਹੈ ਤੇ ਫੈਕਟਰਸ ਬਾਹਰੋਂ ਇੱਥੇ ਆ ਰਹੇ ਆ, ਉਹਨਾਂ ਨੂੰ ਆਪਾਂ ਫੈਕਟਰਸ ਤੇ ਇੰਪੋਰਟ ਤੇ ਐਕਸਪੋਰਟਸ ਨੂੰ ਰਿਸਿਪਟਸ ਤੇ ਪੇਮੈਂਟਸ ਨੂੰ ਮਾਈਨਸ ਕਰਾਂਗੇ ਤਾਂ ਜੇ ਤਾਂ ਪਲੱਸ ਦੇ ਵਿੱਚ ਹੋਏਗਾ ਦੈਟ ਮੀਨਸ ਆ ਫੇਵਰੇਬਲ, ਜੇ ਮਾਈਨਸ ਦੇ ਵਿੱਚ ਹੋਏਗਾ ਤਾਂ ਅਨਫੇਵਰੇਬਲ। ਤਾਂ ਜੋ ਮਾਈਨਸ ਕਰਾਂਗੇ ਇਹਨਾਂ ਨੂੰ ਫੈਕਟਰੀ ਇਨਕਮ ਫਰੋਮ ਐਬਰੋਡ ਨੂੰ, ਠੀਕ ਹੈ, ਆਪਣੀ ਡੋਮੈਸਟਿਕ ਤੇ ਫੋਰਨ ਵਾਲੀ, ਤਾਂ ਜੋ ਹੈ ਨੈਟ ਫੈਕਟਰ ਇਨਕਮ ਫਰੋਮ ਐਬਰੋਡ ਤੋਂ ਜੋ ਸਾਨੂੰ ਉਹ ਮਿਲ ਜਾਏਗੀ NFIA।
ਤਾਂ ਜੀਡੀਪੀ ਦੇ ਵਿੱਚ ਪਲੱਸ NFI ਕਰਾਂਗੇ ਤਾਂ ਆਪਣੀ ਜਿਹੜੀ ਗ੍ਰੋਸ ਨੈਸ਼ਨਲ ਪ੍ਰੋਡਕਟ ਹੈ ਉਹ ਸਾਨੂੰ ਦਿਖ ਜਾਏਗੀ। ਦਿਸ ਇਜ਼ ਦਾ ਡਿਫਰੈਂਸ ਬਿਟਵੀਨ GDP ਐਂਡ GNP। ਤਾਂ ਜਿਹੜੀ ਸਾਡੀ ਆਪਣੀ ਇਕੋਨਮੀ ਹੈ ਉਹਦੇ ਵਿੱਚ ਜਿਹੜਾ ਆਪਣਾ GNP ਹੈ ਉਸ ਦੇ ਵਿੱਚ ਕਹਿੰਦੇ ਜਿਹੜੀ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ ਹੁੰਦੀ ਹੈ ਉਹ ਕੈਲਕੂਲੇਟ ਹੁੰਦੀ ਹੈ। And the next is ਕਹਿੰਦੇ difference between balance of trade and balance of payments। balance of trade ਤੇ balance of payment ਦੇ ਵਿੱਚ ਕੀ difference ਆ। balance of payment is the broad terms and ਜਿਹੜੀ it includes balance of trade। ਤੁਹਾਨੂੰ ਪਤਾ ਹੈ ਕਿ BOP ਹੈ ਜਿਹੜੀ ਉਹ broad term ਹੈ ਉਹਦੇ ਵਿੱਚ 3 ਆਈਟਮਸ ਹੁੰਦੀਆਂ ਨੇ ਲੇਕਿਨ trade ਦੇ ਵਿੱਚ ਸਿਰਫ 1 ਆਈਟਮਸ ਹੁੰਦੀ ਹੈ। ਤਾਂ broad term ਕਿਹੜੀ ਆ BOP and small term ਕਿਹੜੀ ਹੈ narrow term ਕਿਹੜੀ ਹੈ balance of trade। and the second is balance of trade includes import and export of goods alone visible items। on the other hand balance of payments includes all kinds of items visible items invisible items and ਉਸ ਤੋਂ ਇਲਾਵਾ ਕਹਿੰਦੇ ਕੀ ਆ ਜੋ ਹੈ capital formation। and the next is balance of trade of a country can be favorable or unfavorable। balance of payment always in balance। BOP ਹਮੇਸ਼ਾ ਹੀ ਬੈਲੈਂਸ ਦੇ ਵਿੱਚ ਰਹਿੰਦਾ ਹੈ ਲੇਕਿਨ ਜਿਹੜੀ ਬੈਲੈਂਸ ਆਫ ਟ੍ਰੇਡ ਹੈ ਉਹ ਫੇਵਰੇਬਲ ਵੀ ਹੋ ਸਕਦੀ ਹੈ ਅਨਫੇਵਰੇਬਲ ਵੀ ਹੋ ਸਕਦੀ ਆ। deficit of balance of trade can be meet a balance of payments but deficit of balance of payments cannot be meet by balance of trade। ਕਹਿੰਦੇ ਜਿਹੜਾ ਆਪਣਾ ਬੈਲੈਂਸ ਆਫ ਟ੍ਰੇਡ ਹੈ ਉਹਨੂੰ ਆਪਾਂ ਕੀ ਕਰ ਸਕਦੇ ਆ ਡੈਫਿਸਿਟ ਹੁੰਦਾ ਜਿਹੜਾ ਬੈਲੈਂਸ ਆਫ ਟ੍ਰੇਡ ਦੇ ਵਿੱਚ ਉਹਨੂੰ ਪੇਮੈਂਟਸ ਦੇ ਥਰੂ ਆਪਾਂ ਬੈਲੈਂਸ ਦੇ ਵਿੱਚ ਕਰ ਸਕਦੇ ਆ ਲੇਕਿਨ BOP ਨੂੰ ਆਪਾਂ ਪੇਮੈਂਟਸ ਦੇ ਥਰੂ ਬੈਲੈਂਸ ਆਫ ਟ੍ਰੇਡ ਦੇ ਥਰੂ ਬੈਲੈਂਸ ਦੇ ਵਿੱਚ ਨਹੀਂ ਕਰ ਸਕਦੇ। From the point of view economic analysis balance of payments is more significant than the balance of trade। every country take into account items of balance of payments क्योंकि balance of trade सिर्फ international business ਦੇ ਵਿੱਚ international trade ਦੇ ਵਿੱਚ ਸਿਰਫ ਆਪਾਂ visible goods ਨੂੰ ਨਹੀਂ ਆਂਦੇ ਉੱਥੇ invisible goods ਤੇ current ਜਿਹੜੀ ਆਪਣੀ capital accounts ਨੇ ਜੋ capital services ਨੇ ਉਹ ਵੀ ਲੈਂਦੇ ਆ। ਤਾਂ ਕਹਿ ਸਕਦੇ ਕਿ balance of trade is a part of balance of payments। ਐਂਡ ਪਾਰਟਸ ਆਫ ਬੈਲੈਂਸ ਆਫ ਟ੍ਰੇਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੈਲੈਂਸ ਆਫ ਟ੍ਰੇਡ ਆਪਾਂ ਕਿੱਦਾਂ ਕਰ ਸਕਦੇ ਆ। ਬੈਲੈਂਸ ਆਫ ਟ੍ਰੇਡ ਹੁੰਦਾ ਕਹਿੰਦੇ देयर आर टू मेन concepts related to international transaction। ਤੁਹਾਨੂੰ ਪਤਾ ਹੈ ਕਿ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਨਾਲ ਰਿਲੇਟਡ two main concept ਨੇ। ਫਰਸਟ ਇਜ਼ ਦਾ ਬੈਲੈਂਸ ਆਫ ਟ੍ਰੇਡ ਐਂਡ ਸੈਕੰਡ ਇਜ਼ ਦਾ ਬੈਲੈਂਸ ਆਫ ਪੇਮੈਂਟਸ। ਬੈਲੈਂਸ ਆਫ ਟ੍ਰੇਡ ਦੇ ਵਿੱਚ ਕੀ ਹੁੰਦਾ ਹੈ ਕਹਿੰਦੇ balance of trade refers to balance of difference between the value of total imports and total export visible material goods ਆਉਂਦੇ ਨੇ ਇਹਦੇ ਵਿੱਚ। ਤਾਂ balance of trade ਨੂੰ ਆਪਾਂ ਕਿੱਦਾਂ ਕਹਿ ਸਕਦੇ ਹਾਂ balance of trade equal to export of visible items minus import of visible items। a proper record of all material goods export and import is kept by this board। ਕਹਿੰਦੇ ਬੈਲੈਂਸ ਆਫ ਟ੍ਰੇਡ ਦੇ ਥਰੂ ਹੀ ਰੱਖੇ ਜਾਂਦੇ ਨੇ। ਤਾਂ ਤੁਹਾਨੂੰ ਪਤਾ ਹੀ ਹੈ ਕਿ ਬੈਲੈਂਸ ਆਫ ਟ੍ਰੇਡ ਆ ਜਿਹੜਾ ਉਹ ਆਪਣਾ ਫੇਵਰੇਬਲ ਵੀ ਹੋ ਸਕਦਾ ਅਨਫੇਵਰੇਬਲ ਵੀ ਹੋ ਸਕਦਾ ਤੇ ਬੈਲੈਂਸ ਦੇ ਵਿੱਚ ਵੀ ਹੋ ਸਕਦਾ। ਬੈਲੈਂਸ ਦੇ ਵਿੱਚ ਉਦੋਂ ਹੋਏਗਾ ਜਦੋਂ ਵਿਜ਼ੀਬਲ ਗੁੱਡਸ ਜਿਹੜੀ ਐਕਸਪੋਰਟ ਇੰਪੋਰਟ ਹੋ ਰਹੀ ਨੇ ਉਹ ਇਕੁਅਲ ਹੋਣਗੀਆਂ ਐਂਡ ਅਨਬੈਲੈਂਸ ਜਸਟ ਸਰਪਲਸ ਅਨਫੇਵਰੇਬਲ ਕਦੋਂ ਹੋਏਗਾ ਜਦੋਂ ਕੀ ਆ ਐਕਸਪੋਰਟਸ ਗ੍ਰੇਟਰ ਦੈਨ ਇੰਪੋਰਟ ਹੋਣਗੇ ਵਿਜ਼ੀਬਲ ਗੁੱਡਸ ਤੇ ਐਂਡ ਅਨਫੇਵਰੇਬਲ ਔਰ ਡੈਫਿਸਿਟ ਕਦੋਂ ਹੋਏਗਾ ਜਦੋਂ ਕੀ ਆ ਐਕਸਪੋਰਟ ਗ੍ਰੇਟਰ ਦੈਨ ਇੰਪੋਰਟ ਗ੍ਰੇਟਰ ਦੈਨ ਐਕਸਪੋਰਟਸ ਹੋਣਗੇ। ਐਂਡ ਉਸ ਤੋਂ ਇਲਾਵਾ ਹੁਣ ਆਪਾਂ BOP ਦੀ ਗੱਲ ਕਰਦੇ ਹਾਂ ਤਾਂ ਬੈਲੈਂਸ ਆਫ ਟ੍ਰੇਡ ਦੇ ਵਿੱਚ ਕੀ ਆ ਓਨਲੀ ਇਨਵਿਜ਼ੀਬਲ ਆਈਟਮਸ ਆਉਂਦੀਆਂ ਨੇ। ਐਂਡ ਕਰੰਟ ਐਂਡ ਕੈਪੀਟਲ ਅਕਾਊਂਟ ਦੀ ਗੱਲ ਕਰਦੇ ਹਾਂ। ਕਰੰਟ ਅਕਾਊਂਟ ਬੈਲੈਂਸ ਕੀ ਹੁੰਦਾ ਹੈ ਜਿਹਦੇ ਵਿੱਚ ਕਹਿੰਦੇ ਬੈਲੈਂਸ ਆਫ ਟ੍ਰੇਡ ਆਉਂਦਾ ਹੈ ਪਲੱਸ ਇਨਵਿਜ਼ੀਬਲ ਆਈਟਮਸ ਆਉਂਦੀਆਂ ਨੇ। ਦਿਸ ਇਜ਼ ਦਾ ਕਰੰਟ ਅਕਾਊਂਟ। ਇਹ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਬੈਲੈਂਸ ਆਫ ਪੇਮੈਂਟਸ ਦੇ ਵਿੱਚ। ਨੈਕਸਟ ਇਜ਼ ਦਾ ਬੈਲੈਂਸ ਆਫ ਪੇਮੈਂਟਸ। ਕਹਿੰਦੇ ਬੈਲੈਂਸ ਆਫ ਪੇਮੈਂਟਸ ਆਰ 3 ਪਾਰਟਸ। ਬੈਲੈਂਸ ਆਫ ਪੇਮੈਂਟਸ ਦੇ ਵਿੱਚ 3 ਪਾਰਟਸ ਨੇ ਜਦੋਂ ਕਿ ਬੈਲੈਂਸ ਆਫ ਟ੍ਰੇਡ ਦੇ ਵਿੱਚ ਸਿਰਫ 1 ਪਾਰਟ ਸੀ ਦੈਟ ਇਜ਼ ਆਫ ਵਿਜ਼ੀਬਲ ਗੁੱਡਸ। ਬੈਲੈਂਸ ਆਫ ਪੇਮੈਂਟਸ ਦੇ ਵਿੱਚ ਫਰਸਟਲੀ ਹੈ ਕਰੰਟ ਅਕਾਊਂਟ ਸੈਕੰਡ ਹੈ ਕੈਪੀਟਲ ਅਕਾਊਂਟ ਠੀਕ ਹੈ। ਤਾਂ ਆਪਾਂ ਓਵਰਆਲ ਬੈਲੈਂਸ ਆਫ ਪੇਮੈਂਟਸ ਦੀ ਗੱਲ ਕਰਦੇ ਹਾਂ। ਤਾਂ ਫਰਸਟਲੀ ਕਹਿੰਦੇ ਕਰੰਟ ਅਕਾਊਂਟ ਕੀ ਹੁੰਦਾ ਹੈ। ਕਰੰਟ ਅਕਾਊਂਟ ਕੀ ਹੁੰਦਾ ਬੈਲੈਂਸ ਆਫ ਪੇਮੈਂਟਸ ਔਨ ਕਰੰਟ ਅਕਾਊਂਟ ਇਜ਼ ਅ ਸਟੇਟਮੈਂਟ ਆਫ ਐਕਚੁਅਲ ਰਿਸਿਪਟਸ and payments in the short period। it includes the value of import and export of both visible and invisible items। ਇਹਦੇ ਵਿੱਚ ਕਹਿੰਦੇ ਕੀ ਇਨਕਲੂਡ ਹੁੰਦਾ ਜਿਹੜੀਆਂ ਆਪਣੀਆਂ goods and services ਨੇ। goods means visible items and services means invisible items। ਉਹਨਾਂ ਦੇ ਕਿੰਨੇ ਐਕਸਪੋਰਟ ਤੇ ਇੰਪੋਰਟ ਹੁੰਦੇ ਨੇ ਜੋ ਵਿਜ਼ੀਬਲ ਤੇ ਇਨਵਿਜ਼ੀਬਲ ਆਈਟਮਸ ਦੀ ਟ੍ਰਾਂਜੈਕਸ਼ਨ ਹੁੰਦੀ ਹੈ ਡਿਫਰੈਂਟ ਕੰਟਰੀਜ਼ ਦੇ ਵਿੱਚ ਉਹਨਾਂ ਦਾ ਰਿਕਾਰਡ ਰੱਖਿਆ ਜਾਂਦਾ ਹੈ।
ਕਹਿੰਦੇ ਆਈਟਮਸ ਹੈਵ ਅ ਡਾਇਰੈਕਟ ਅਫੈਕਟ ਆਫ ਦਾ ਇਨਕਮ ਆਊਟਪੁੱਟ ਐਂਡ ਇੰਪਲੋਇਮੈਂਟ ਆਫ ਦਾ ਕੰਟਰੀ ਆਫ ਦਾ ਇਕੋਨਮੀ। ਕਹਿੰਦੇ ਵਿਜ਼ੀਬਲ ਤੇ ਇਨਵਿਜ਼ੀਬਲ ਆਈਟਮਸ ਦਾ ਡਾਇਰੈਕਟ ਅਫੈਕਟ ਪੈਂਦਾ ਹੈ ਇੱਕ ਕੰਟਰੀ ਦੀ ਆਊਟਪੁੱਟ ਤੇ ਇਨਕਮ ਤੇ ਇੰਪਲੋਇਮੈਂਟ ਤੇ, ਠੀਕ ਹੈ। ਐਂਡ ਉਸ ਤੋਂ ਬਾਅਦ ਬੈਲੈਂਸ ਆਫ ਪੇਮੈਂਟ ਔਨ ਕਰੰਟ ਅਕਾਊਂਟ ਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਵਿਜ਼ੀਬਲ ਪਲੱਸ ਇਨਵਿਜ਼ੀਬਲ ਗੁੱਡਸ ਹੋਣਗੀਆਂ। ਵਿਜ਼ੀਬਲ ਦਾ ਮਤਲਬ ਇੰਪੋਰਟ ਤੇ ਐਕਸਪੋਰਟ ਹੋਣਗੇ ਐਂਡ ਇਨਵਿਜ਼ੀਬਲ ਦਾ ਮਤਲਬ ਕੀ ਇਹਦੇ ਵਿੱਚ ਸਰਵਿਸਿਜ਼ ਹੋਣਗੀਆਂ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੋਗਾ, ਵਿਜ਼ੀਬਲ ਪਲੱਸ ਇਨਵਿਜ਼ੀਬਲ ਗੁੱਡਸ ਤੇ ਐਕਸਪੋਰਟ ਮਾਈਨਸ ਵਿਜ਼ੀਬਲ ਪਲੱਸ ਇਨਵਿਜ਼ੀਬਲ ਗੁੱਡਸ ਤੇ ਇੰਪੋਰਟ। ਆਪਣੇ ਐਕਸਪੋਰਟਸ ਦੇ ਵਿੱਚੋਂ ਇੰਪੋਰਟ ਮਾਈਨਸ ਕਰਾਂਗੇ ਤਾਂ ਬੈਲੈਂਸ ਆਫ ਪੇਮੈਂਟ ਔਨ ਕਰੰਟ ਅਕਾਊਂਟ ਸਾਨੂੰ ਮਿਲ ਜਾਏਗਾ। ਕਹਿੰਦੇ ਬੈਲੈਂਸ ਆਫ ਪੇਮੈਂਟਸ ਔਨ ਕਰੰਟ ਅਕਾਊਂਟ ਮੇ ਬੀ ਬੋਥ बैलेंस भी हो सकता है तो अनबैलेंस भी हो सकता है। The disequilibrium of balance of payment on current account is usually balanced by the medium of capital account। capital account के through कहते हैं इन्हों balance ਦੇ ਵਿੱਚ ਕੀਤਾ ਜਾ ਸਕਦਾ ਹੈ। and the second is a capital account। first current account ਆਗਾ ਜਿਹਦੇ ਵਿੱਚ invisible ਤੇ visible goods ਤੇ export import ਨੇ and capital account second account ਦਾ। capital account refers to financial transaction। ਹੁਣ capital account ਦੇ ਵਿੱਚ ਜਿੰਨੀਆਂ ਵੀ ਕੰਟਰੀਜ਼ ਨੇ ਉਹਨਾਂ ਦੇ ਵਿੱਚ ਕੀ ਹੁੰਦੀਆਂ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਪੈਸੇ ਦਾ ਲੈਣ ਦੇਣ ਹੁੰਦਾ ਹੈ। all kinds of short term and long term international capital transfer moved। ਕਹਿੰਦੇ ਜਦੋਂ ਆਪਾਂ ਥੋੜੇ ਟਾਈਮ ਦੇ ਲਈ ਜਾਂ ਲੌਂਗ ਟਾਈਮ ਦੇ ਲਈ ਆਪਣੀ ਜੋ ਕੈਪੀਟਲ ਲੈਣੀ ਹੈ, ਠੀਕ ਹੈ, ਬੋਰੋ ਕਰਨੀ ਹੈ ਦੂਸਰੀਆਂ ਕੰਟਰੀਜ਼ ਤੋਂ ਜਾਂ ਕੈਪੀਟਲ ਦੀ ਟ੍ਰਾਂਸਫਰ ਕਰਨੀ ਆ, ਗੋਲਡ ਦੀ ਮੂਵਮੈਂਟ ਕਰਨੀ ਆ, पेमेंट ऑन प्राइवेट अकाउंट्स ਦੇ ਵਿੱਚ ਪੇਮੈਂਟਸ ਕਰਨੀਆਂ ਨੇ, ਪੇਮੈਂਟ ਐਂਡ ਰਿਸਿਪਟਸ ਔਨ ਨੈਸ਼ਨਲ ਇੰਸਟੀਟਿਊਸ਼ਨਲ ਅਕਾਊਂਟ ਐਂਡ ਗਵਰਨਮੈਂਟ ਨੂੰ ਲੋਨ ਲੈਣਾ ਕਿਸੇ ਵੀ ਗਵਰਨਮੈਂਟ ਨੇ ਐਂਡ ਇੰਟਰਸਟ ਪੇ ਕਰਨਾ ਹੈ, ਗ੍ਰਾਂਟਸ ਦੇਣੀਆਂ ਨੇ ਆਰ ਇਨਕਲੂਡਡ ਇਨ ਕੈਪੀਟਲ ਅਕਾਊਂਟ। ਇਹ ਸਾਰਾ ਕੁਝ ਕਿਸ ਦੇ ਵਿੱਚ ਇਨਕਲੂਡਡ ਹੁੰਦਾ ਹੈ, ਕੈਪੀਟਲ ਅਕਾਊਂਟ ਦੇ ਵਿੱਚ ਇਨਕਲੂਡਡ ਹੁੰਦਾ ਹੈ। All transactions under capital account are concerned merely the financial transactions। जो भी financial transaction ने वो capital account ਦੇ ਵਿੱਚ ਹੁੰਦੀਆਂ ਨੇ, no direct effect on income। ਇਸ ਦਾ ਕਹਿੰਦੇ ਇਨਕਮ ਤੇ ਡਾਇਰੈਕਟ ਅਫੈਕਟ ਨਹੀਂ ਪੈਂਦਾ ਆਪਣੀ ਕੰਟਰੀ ਦੀ ਮੀਨਸ ਇਕਨੋਮੀ ਦੇ ਵਿੱਚ ਇਨਕਮ ਤੇ ਆਊਟਪੁੱਟ ਤੇ ਇੰਪਲੋਇਮੈਂਟ ਤੇ ਇਨਡਾਇਰੈਕਟ ਅਫੈਕਟ ਪੈਂਦਾ ਹੈ। and the next is the overall balance of payment ਦੀ ਗੱਲ ਕੀਤੀ ਗਈ ਆ। ਕਹਿੰਦੇ total of a country's current account and capital account is reflected in overall balance of payments। it is always in balance because of deficit or surplus of current account is set off by capital account। ਕਹਿੰਦੇ ਜਿਹੜਾ BOP ਹੁੰਦਾ ਹੈ ਉਹ ਹਮੇਸ਼ਾ ਹੀ ਬੈਲੈਂਸ ਦੇ ਵਿੱਚ ਹੁੰਦਾ ਹੈ ਕਿਉਂਕਿ ਜੇ ਕਰੰਟ ਅਕਾਊਂਟ ਦੇ ਵਿੱਚ ਅਨਬੈਲੈਂਸ ਆ ਵੀ ਜਾਵੇ ਤਾਂ ਕੈਪੀਟਲ ਅਕਾਊਂਟ ਦੇ ਥਰੂ ਇਹਨੂੰ ਬੈਲੈਂਸ ਦੇ ਵਿੱਚ ਕੀਤਾ ਜਾ ਸਕਦਾ ਹੈ। दिस इज अ BOP। ਤੇ ਉਸ ਤੋਂ ਬਾਅਦ ਕਰੰਟ ਅਕਾਊਂਟ ਦੀ ਗੱਲ ਕਰੀਏ ਤਾਂ ਕਰੰਟ ਅਕਾਊਂਟਸ ਇਜ਼ ਅਕਾਊਂਟ ਵਿਚ ਰਿਕਾਰਡਸ ਇੰਪੋਰਟ ਐਂਡ ਐਕਸਪੋਰਟ ਆਫ ਗੁੱਡਸ ਐਂਡ ਸਰਵਿਸਿਜ਼ ਐਂਡ ਯੂਨੀਲੈਟਰਲ ਟ੍ਰਾਂਸਫਰਸ। ਕਹਿੰਦੇ ਕਿਹੜੇ ਕਿਹੜੇ ਕੰਪੋਨੈਂਟਸ ਨੇ ਕਰੰਟ ਅਕਾਊਂਟ ਦੇ, ਇੱਕ ਤਾਂ ਇੰਪੋਰਟ ਐਕਸਪੋਰਟ ਐਂਡ ਇੰਪੋਰਟ ਆਫ ਵਿਜ਼ੀਬਲ ਆਈਟਮਸ, ਠੀਕ ਹੈ, ਤਾਂ ਤੁਸੀਂ ਪਤਾ ਹੀ ਹੈ ਤੁਹਾਨੂੰ ਜਿਵੇਂ ਕਿ ਪ੍ਰੀਸ਼ੀਅਸ ਮੈਟਲਸ ਹੋ ਗਏ ਐਂਡ ਇਨਵਿਜ਼ੀਬਲ ਆਈਟਮਸ ਕਿਹੜੀਆਂ ਹੋ ਗਈਆਂ ਆਪਣੀਆਂ import and export of invisible goods ਜਿਵੇਂ ਕਿ different kinds of services are also induced or current account ਜਿਵੇਂ ਕਿ services rendered by the commercial undertaking। ਕਮਰਸ਼ੀਅਲ ਅੰਡਰਟੇਕਿੰਗ ਦੇ ਅੰਡਰ ਜੋ ਵੀ ਸਰਵਿਸਿਜ਼ ਨੇ ਜਿਵੇਂ ਕਿ ਸ਼ਿਪਿੰਗ ਕੰਪਨੀਆਂ, ਇੰਸ਼ੋਰੈਂਸ ਕੰਪਨੀਆਂ, ਬੈਂਕਸ ਬਿਲੋਂਗਿੰਗ ਦ ਡਿਫਰੈਂਟ ਕੰਟਰੀਜ਼ ਐਕਸਚੇਂਜ देयर ਸਰਵਿਸਿਜ਼। and the next is services of experts। ਇੱਕ ਤਾਂ ਕਹਿੰਦੇ ਇਹ ਬੈਂਕ, ਇੰਸ਼ੋਰੈਂਸ ਐਂਡ ਸ਼ਿਪਿੰਗ ਇਹਨਾਂ ਦੀ ਸਰਵਿਸ ਦਿੱਤੀ ਜਾਂਦੀ ਆ। ਇਸ ਤੋਂ ਇਲਾਵਾ ਕਹਿੰਦੇ ਐਕਸਪਰਟਸ ਦੀ ਸਰਵਿਸ ਵੀ ਦਿੱਤੀ ਜਾਂਦੀ ਹੈ। ਐਵਰੀ ਕੰਟਰੀ ਅਵੇਲਸ ਦਾ ਸਰਵਿਸ ਆਫ ਫੋਰਨ ਐਕਸਪਰਟਸ ਲਾਈਕ डॉक्टर हो गया, इंजीनियर हो गया एंड सोल्जर्स हो गए आर आल्सो ऑफर सर्विसेज ऑफ एक्सपर्ट्स इन द अदर कंट्री। ਤਾਂ ਇਹਨਾਂ ਨੂੰ ਐਕਸਪੋਰਟ ਇੰਪੋਰਟ ਵੀ ਕੀਤਾ ਜਾਂਦਾ ਹੈ। ਦਿਸ ਇਜ਼ ਦਾ ਇਨਵਿਜ਼ੀਬਲ ਆਈਟਮਸ ਜੋ ਸਰਵਿਸਿਜ਼ ਦੇ ਵਿੱਚ ਆਉਂਦੇ ਨੇ। ਐਂਡ ਹੋਰ ਕਰੰਟ ਅਕਾਊਂਟ ਦੇ ਵਿੱਚ ਕੀ ਆਉਂਦਾ ਜਿਵੇਂ ਕਿ ਟਰੈਵਲਿੰਗ ਆ ਗਈ। ਇਟ ਇਜ਼ ਵਨ ਆਫ ਦਾ ਮੇਨ ਇਨਵਿਜ਼ੀਬਲ ਆਈਟਮਸ ਆਫ ਬੈਲੈਂਸ ਆਫ ਪੇਮੈਂਟਸ। ਟਰੈਵਲਿੰਗ ਮੇ ਬੀ ਰਿਲੇਟ ਟੂ ਬਿਜ਼ਨਸ, ਐਜੂਕੇਸ਼ਨ, ਹੈਲਥ ਐਂਡ ਕਨਵੈਨਸ਼ਨਸ ਔਰ ਪਲੇਅਰ ਟ੍ਰਿਪਸ। ਜਿਵੇਂ ਕਿ ਆਪਾਂ ਫੋਰਨ ਕੰਟਰੀਜ਼ ਦੇ ਵਿੱਚ ਜਾਂਦੇ ਹਾਂ, ਵੈਸੇ ਤਾਂ ਹੁਣ ਟੂਰਿਸਟ ਵੀਜ਼ਾ ਲਗਵਾ ਕੇ ਜਾਂਦੇ ਹਾਂ ਸਿਰਫ ਰਹਿਣ ਦੇ ਲਈ, ਲੇਕਿਨ ਇਹ ਕੀ ਇਹ ਸਰਵਿਸਿਜ਼ ਆ ਆਪਾਂ ਬਾਹਰ ਬਿਜ਼ਨਸ ਸਿੱਖਣ ਜਾਂਦੇ ਹਾਂ, ਐਜੂਕੇਸ਼ਨ ਲੈਣ ਜਾਂਦੇ ਹਾਂ, ਹੈਲਥ ਫੈਸਿਲਿਟੀ ਲੈਣ ਜਾਂਦੇ ਹਾਂ, ਕਨਵੈਨਸ਼ਨਸ ਐਂਡ ਪਲੇਅਰ ਟ੍ਰਿਪਸ ਦੇ ਲਈ ਜਾਂਦੇ ਹਾਂ। ਦਿਸ ਇਜ਼ ਦਾ ਆਲਸੋ ਅ ਸਰਵਿਸਿਜ਼ ਜੋ ਆਪਣੀ ਕਰੰਟ ਅਕਾਊਂਟ ਦੇ ਵਿੱਚ ਆਉਂਦੀ ਆ। ਐਂਡ ਦ ਨੈਕਸਟ ਇਜ਼ ਦਾ ਟਰਾਂਸਪੋਰਟੇਸ਼ਨ। ਕਹਿੰਦੇ ਮੂਵਮੈਂਟ ਆਫ ਗੁਡਸ ਫਰੋਮ ਵਨ ਕੰਟਰੀ ਟੂ ਅਦਰ ਇਜ਼ ਅਨਦਰ ਇਨਵਿਜ਼ੀਬਲ ਆਈਟਮਸ ਇਨਕਲੂਡਿੰਗ ਬੈਲੈਂਸ ਆਫ payments on current accounts। ਕਹਿੰਦੇ domestic transport by the foreign amount to export and use of foreign transport
ਬਾਏ ਦਾ ਰੈਜ਼ੀਡੈਂਟ ਅਮਾਊਂਟ ਦਾ ਇੰਪੋਰਟਸ ਕਿਵੇਂ ਜਿਵੇਂ ਕਿ ਉਹ ਸਾਡੀ ਟਰਾਂਸਪੋਰਟ ਨੂੰ ਯੂਜ਼ ਕਰਦੇ ਆ ਅਸੀਂ ਉਹਨਾਂ ਦੀ ਟਰਾਂਸਪੋਰਟ ਨੂੰ ਯੂਜ਼ ਕਰਦੇ ਆ ਫॉर ਦਾ ਐਕਸਪੋਰਟ ਐਂਡ ਇੰਪੋਰਟ ਐਂਡ ਦਾ ਇਨਵੈਸਟਮੈਂਟ ਇਨਕਮ ਕਹਿੰਦੇ ਇਨਵੈਸਟਰ ਇੰਟਰਸਟ ਹੋ ਗਿਆ ਰੈਂਟ ਹੋ ਗਿਆ ਡਿਵਾਈਡੈਂਡ ਐਂਡ ਪ੍ਰੋਫਿਟ ਆਲਸੋ ਫਰੋਮ ਆ ਇਨਵਿਜ਼ੀਬਲ ਆਈਟਮਸ ਆਫ ਬੈਲੈਂਸ ਆਫ ਪੇਮੈਂਟਸ ਕਹਿੰਦੇ ਜਿਹਦੇ ਥਰੂ ਰਿਸਿਪਟਸ ਤੇ ਪੇਮੈਂਟਸ ਆਉਂਦੀਆਂ ਨੇ ਸਾਨੂੰ ਐਂਡ ਗਵਰਨਮੈਂਟ ਟ੍ਰਾਂਜੈਕਸ਼ਨਸ ਕਹਿੰਦੇ ਗਵਰਨਮੈਂਟ ਦੇ ਥਰੂ ਜੋ ਵੀ ਮੂਵਮੈਂਟਸ ਹੁੰਦੀਆਂ ਨੇ expenditures is treated as payments subscriptions made the international institutions are also in this category okay services ਦੇ ਵਿੱਚ ਗਵਰਨਮੈਂਟ ਦੇ ਜੋ ਡੋਨੇਸ਼ਨਸ ਤੇ ਗਿਫਟਸ ਆ ਜਾਂਦੇ ਨੇ ਕਹਿੰਦੇ ਡੋਨੇਸ਼ਨ ਐਂਡ ਗਿਫਟਸ ਰਿਸੀਵਡ ਫਰਮ ਅਬਰੋਡ ਆਰ ਇਨਕਲੂਡਡ ਇਨ ਅੰਡਰ ਰਿਸਿਪਟਸ ਜੇਕਰ ਕਹਿੰਦੇ ਫੋਰਨ ਕੰਟਰੀਜ਼ ਸਾਨੂੰ ਗਿਫਟਸ ਦਿੰਦੀਆਂ ਨੇ ਜਾਂ ਫਿਰ ਕਹਿੰਦੇ ਡੋਨੇਸ਼ਨਸ ਦਿੰਦੀਆਂ ਨੇ ਉਹ ਸਾਡੇ ਰਿਸਿਪਟਸ ਦੇ ਵਿੱਚ ਆਉਣਗੀਆਂ ਅਗਰ ਕਹਿੰਦੇ ਆਪਾਂ ਕੀ ਕਰਦੇ ਆ ਗਿਵ ਦਾ ਅਦਰ ਕੰਟਰੀ ਆਰ ਇਨਕਲੂਡਡ ਅੰਡਰ ਪੇਮੈਂਟਸ Next is missed challenges. Can they these include such invisible items of commissions and payments for the advertisement, rent, patent fees, agi royalties, agi membership, agi the amount received from abroad on this content constitutes credit items. ਜੇ amount ਇਸ ਦੇ ਲਈ ਬਾਹਰ ਤੋਂ ਆ ਰਹੀ ਹੈ ਤਾਂ ਉਹਨੂੰ receipts ਮੰਨਾਂਗੇ ਜੇ ਇਧਰੋਂ ਬਾਹਰ ਜਾ ਰਹੀ ਹੈ ਤਾਂ ਇਸ ਨੂੰ payments ਮੰਨਾਂਗੇ ਠੀਕ ਹੈ ਤਾਂ ਐਡਵਰਟਾਈਜ਼ਮੈਂਟ ਰੈਂਟ ਆ ਗਿਆ ਪੇਮੈਂਟਸ ਕਮਿਸ਼ਨਸ ਪੇਟੈਂਟ ਫੀਸ ਰੈਂਟ ਰਾਇਲਟੀਜ਼ ਮੈਂਬਰਸ਼ਿਪ ਫੀਸ ਇਹ ਸਾਰੀ ਇਹਦੇ ਵਿੱਚ ਆਉਂਦੀ ਆ ਆਪਣੇ ਕਰੰਟ ਅਕਾਊਂਟ ਦੇ ਵਿੱਚ ਐਂਡ ਉਸ ਤੋਂ ਬਾਅਦ ਹੈਗਾ ਆਪਣਾ capital account ਕਹਿੰਦੇ capital account is that account which records all such transaction between a resident of a country and rest of the world which causes a change in assets and liability status ਠੀਕ ਹੈ ਇਹਦੇ ਵਿੱਚ ਮੇਨ ਕੰਪੋਨੈਂਟਸ ਕਿਹੜੇ ਨੇ ਕੈਪੀਟਲ ਅਕਾਊਂਟ ਦੇ ਮੇਨ ਆਈਟਮਸ ਕਿਹੜੀਆਂ ਨੇ ਫਰਸਟ ਇਜ਼ ਅ ਪ੍ਰਾਈਵੇਟ ਫੋਰਨ ਲੋਨ ਫॉलो ਕਹਿੰਦੇ ਫੋਰਨ ਲੋਨ ਰਿਸੀਵਡ ਬਾਈ ਦਾ ਪ੍ਰਾਈਵੇਟ ਸੈਕਟਰਸ ਆਰ ਕਾਊਂਟਡ ਐਜ਼ credit items and repayment of these loans is counted as debit items अगर ਆਪਾਂ foreign countries ਤੋਂ loan ਲੈ ਰਹੇ private sector ਤਾਂ credit ਅਗਰ payments ਕਰ ਰਹੇ ਤਾਂ ਉਹ debit ਹੋਏਗਾ movement in banking capital ਜਦੋਂ bank central bank ਦੇ through ਆਪਣੀ ਜਿਹੜੀ banking money ਆ ਉਹਦੀ ਕੀ ਹੁੰਦੀ ਆ movement ਹੁੰਦੀ ਆ inflow in the banking capital is counted as credit item and outflow of money is counted as debit items ऑफिशियल कैपिटल ट्रांजैक्शंस आ ਜਾਂਦੀਆਂ ਨੇ कैपिटल अकाउंट ਦੇ ਵਿੱਚ ਇਹਦੇ ਵਿੱਚ ਕਹਿੰਦੇ ਕੀ ਹੁੰਦਾ ਹੈ loans received by the public from abroad or international monetary funds credit items ਦੇ ਵਿੱਚ ਆਉਂਦਾ ਹੈ ਤੇ ਜਿਹੜਾ ਆਪਾਂ ਲੋਨਸ ਦਿੰਨੇ ਆ ਰੀਪੇਡ ਕਰਦੇ this is a debit items and reserves monetary and gold and STR ਆਉਂਦਾ ਹੈ and gold movements on the central bank of a country buy gold from abroad it makes payment to the foreign sellers it is reflected under debit items and when it sells gold to reflective under credit items ਅਗਰ ਅਸੀਂ ਬਾਹਰ ਤੋਂ ਸੋਨਾ ਲੈਣੇ ਆ ਤਾਂ ਉਹ ਕਿਹਦੇ ਵਿੱਚ ਆ ਗਿਆ ਸਾਡੀ ਡੈਬਿਟ ਆਈਟਮ ਦੇ ਵਿੱਚ ਆ ਗਿਆ ਜੇ ਅਸੀਂ ਬਾਹਰ ਦਿੰਨੇ ਆ ਸੇਲ ਕਰਦੇ ਆ ਤਾਂ ਸਾਡੀ ਕ੍ਰੈਡਿਟ ਆਈਟਮ ਦੇ ਵਿੱਚ ਆ ਗਿਆ ਮਿਸ ਚੈਲੰਜਸ ਆ ਗਈਆਂ ਠੀਕ ਹੈ ਜਿਹਦੇ ਵਿੱਚ ਕਹਿੰਦੇ ਕੈਪੀਟਲ ਰਿਸਿਪਟਸ ਹੁੰਦੀਆਂ ਨੇ ਜਿਹਦੇ ਵਿੱਚ ਸੈਂਟਰਲ ਬੈਂਕ ਕੀ ਕਰਦਾ ਕ੍ਰੈਡਿਟ ਸਾਈਟਸ ਨੇ ਜਿਹੜੀਆਂ ਐਂਡ ਡੈਬਿਟ ਸਾਈਟਸ ਨੇ ਜਿਹੜੀਆਂ ਆਪਣੀਆਂ ਆਰਬੀਆਈ ਦੀ ਉਹ ਦੇਖੀਆਂ ਜਾਂਦੀਆਂ ਨੇ ਐਂਡ ਇੰਪੋਰਟੈਂਟ ਆਬਜ਼ਰਵੇਸ਼ਨਸ ਨੇ ਤੇ ਕਹਿੰਦੇ ਆਲ ਜਿਹੜੇ ਰਿਕਾਰਡਸ ਨੇ ਪੋਜ਼ਿਟਿਵ ਵੀ ਹੋ ਸਕਦੇ ਨੇ ਨੈਗੇਟਿਵ ਆਈਟਮਸ ਵੀ ਹੋ ਸਕਦੀਆਂ ਨੇ ਠੀਕ ਹੈ ਡਾਇਰੈਕਟ ਇਨਵੈਸਟਮੈਂਟ ਆ ਜਾਂਦੀ ਹੈ ਇਹਦੇ ਵਿੱਚ ਪੋਰਟਫੋਲੀਓ ਇਨਵੈਸਟਮੈਂਟ ਆ ਜਾਂਦੀ ਆ ਐਂਡ ਉਸ ਤੋਂ ਬਾਅਦ ਅਦਰ ਆਈਟਮਸ ਆਫ ਬੈਲੈਂਸ ਆਫ ਪੇਮੈਂਟਸ ਕਹਿੰਦੇ ਇਹਨਾਂ ਕਰੰਟ ਅਕਾਊਂਟ ਤੇ ਕੈਪੀਟਲ ਅਕਾਊਂਟ ਤੋਂ ਇਲਾਵਾ ਤੁਸੀਂ ਦੇਖ ਵੀ ਸਕਦੇ ਹੋ ਟੇਬਲ ਦੇ ਵਿੱਚ ਕੀ ਆਉਂਦਾ ਹੈ ਥਰਡ ਇਜ਼ ਦਾ ਐਰਰ ਐਂਡ ਓਮਿਸ਼ਨਸ ਐਰਰ ਐਂਡ ਓਮਿਸ਼ਨਸ ਹੁੰਦੇ ਨੇ ਕੀ ਹੁੰਦੇ ਨੇ ਐਰਰ ਐਂਡ ਓਮਿਸ਼ਨਸ ਕਹਿੰਦੇ error and omissions are added largely as balancing items in the BOP account owing to large variety of transactions ਹੁੰਦੀਆਂ ਨੇ ਕਹਿੰਦੇ not possible to record of all items with 100% accuracy ਕਹਿੰਦੇ ਕੁਝ ਕਹਿੰਦੇ error ਤੇ omissions ਆਉਂਦੀਆਂ ਨੇ ਆਪਾਂ ਸਾਰੀਆਂ ਆਈਟਮਸ ਦਾ 100% ਕਹਿੰਦੇ ਸਹੀ ਰਿਕਾਰਡ ਨਹੀਂ ਰੱਖ ਸਕਦੇ error and omission account of incoherencies in recorded transactions and ਉਸ ਤੋਂ ਬਾਅਦ ਕੀ ਆਉਂਦਾ ਸਾਡਾ ऑफिशियल रिजर्व ट्रांजैक्शंस आਉਂਦੀਆਂ ਨੇ ਕਹਿੰਦੇ ਇਹ ਕਿੰਦੇ ਡਿਫਰੈਂਟ ਫਰਮ ਆਲ ਅਦਰ ਟ੍ਰਾਂਜੈਕਸ਼ਨ ਇਨ ਬੈਲੈਂਸ ਆਫ ਪੇਮੈਂਟਸ ਕਹਿੰਦੇ ਇਹਦੇ ਵਿੱਚ ਕੀ ਆਉਂਦਾ ਗਵਰਨਮੈਂਟ ਔਰ ਦਾ ਸੈਂਟਰਲ ਬੈਂਕ ਆਫ ਦਾ ਕੰਟਰੀ ਔਨ ਦਾ ਬਿਹਾਫ ਆਫ ਗਵਰਨਮੈਂਟ ਇੰਟਰਨੈਸ਼ਨਲ ਇਕਨੋਮਿਕ ਪਾਲਿਸੀ ਆਉਂਦੀ ਹੈ ਆਫਿਸ਼ੀਅਲ ਰਿਜ਼ਰਵਸ ਆਫ ਅ ਕੰਟਰੀ ਆਉਂਦੇ ਨੇ ਆਫਿਸ਼ੀਅਲ ਐਸੈਟਸ ਟੂ ਆਫ ਰੈਸਟ ਆਫ ਦਾ ਵਰਲਡ ਇਨ ਅ ਕੰਟਰੀ ਆਉਂਦਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਨੂੰ ਇੰਡੀਅਨਸ ਬੈਲੈਂਸ
इंडियाज बैलेंस ऑफ पेमेंट्स दिखाई हुई है बीओपी दिखाया है इंडिया का 2018 ਤੇ 19 ਦੇ ਵਿੱਚ ਦਾ 1 ਈਅਰ ਦਾ 18 ਤੋਂ ਲੈ ਕੇ 19 ਤੱਕ ਦਾ ਜਿਹਦੇ ਵਿੱਚ ਆਈਟਮਸ ਲਿੱਤੀਆਂ ਹੋਈਆਂ ਨੇ ਬੀਓਪੀ ਦੇ ਵਿੱਚ ਇਹੀ ਮੋਰ ਟੂ ਆਈਟਮਸ ਕਰੰਟ ਅਕਾਊਂਟ ਪਲੱਸ ਕੈਪੀਟਲ ਅਕਾਊਂਟ ਕਹਿੰਦੇ ਇਹਦੇ ਵਿੱਚ ਯੂਐਸਏ ਡਾਲਰਸ ਦੇ ਵਿੱਚ ਲਿੱਤਾ ਹੈ ਇਨ ਮਿਲੀਅਨਸ ਦੇ ਵਿੱਚ ਲਿੱਤੀਆਂ ਹੋਈਆਂ ਨੇ ਤਾਂ ਕਰੰਟ ਅਕਾਊਂਟ ਦੇ ਵਿੱਚ ਇੰਪੋਰਟਸ ਦਿਖਾਏ ਹੋਏ ਨੇ ਆਪਣੇ ਐਕਸਪੋਰਟ ਦਿਖਾਏ ਹੋਏ ਨੇ ਟ੍ਰੇਡ ਬੈਲੈਂਸ ਦਿਖਾਇਆ ਹੈ ਟ੍ਰੇਡ ਬੈਲੈਂਸ ਕਿਵੇਂ ਕਰਾਂਗੇ ਆਪਾਂ बैलेंस ऑफ ट्रेड ਨੂੰ ਦੇਖਣ ਦੇ ਲਈ ਆਪਾਂ ਐਕਸਪੋਰਟ ਮਾਈਨਸ ਇੰਪੋਰਟ ਕਰਾਂਗੇ ਤਾਂ ਮਾਈਨਸ ਨੈਗੇਟਿਵ ਦੇ ਵਿੱਚ ਆ ਗਿਆ ਡੈਫਿਸਿਟ ਆ ਗਿਆ ਇਹਦੇ ਵਿੱਚ ਇਹ ਸ਼ੋ ਹੋ ਰਿਹਾ ਕਿ ਬੈਲੈਂਸ ਆਫ ਟ੍ਰੇਡ ਕੀ ਆਪਣਾ ਡੈਫਿਸਿਟ ਦੇ ਵਿੱਚ ਹੈ ਠੀਕ ਹੈ ਅਨਫੇਵਰੇਬਲ ਬੈਲੈਂਸ ਆਫ ਟ੍ਰੇਡ ਹੈ ਕਿਉਂਕਿ ਆਪਣੇ ਜਿਹੜੇ ਇੰਪੋਰਟਸ ਨੇ ਉਹ 5,17,519 ਨੇ एंड जिहड़ा है अपना एक्सपोर्ट दिस इज अ 3,37,237 ने घट ने एक्सपोर्ट्स ता अपने को जो बचेगा डेफिसिट होएगा अपना वो कितना होएगा 1,80,283 होएगा एंड उस तो बाद जिहड़ियां अपनियां इनविजिबल आइटम्स ने जो सर्विसेज ने आपां वो लवांगे इनविजिबल आइटम्स ने जो नेट ने एक्सपोर्ट माइनस इंपोर्ट वो कितनियां ने 1,23,26 ठीक है इस पॉजिटिव ने करंट अकाउंट बैलेंस देखांगे ਤਾਂ ਆਪਾਂ ਕੀ ਦੇਖਾਂਗੇ ਵਿਜ਼ੀਬਲ ਆਈਟਮਸ ਜੋ ਟ੍ਰੇਡ ਬੈਲੈਂਸ ਹੈ ਉਹਦੇ ਵਿੱਚ ਪਲੱਸ ਕਰਾਂਗੇ ਇਨਵਿਜ਼ੀਬਲ ਆਈਟਮਸ ਜੋ ਨੈਟ ਬੈਲੈਂਸ ਹੈ ਠੀਕ ਹੈ ਤਾਂ ਆਪਣੇ ਕੋਲ ਕਿੰਨਾ ਰਹਿ ਜਾਏਗਾ 18 ਮਾਈਨਸ 12 ਮੀਨਸ 1,80,000 ਦੇ ਵਿੱਚੋਂ 1,23,000 ਮਾਈਨਸ ਕਰਾਂਗੇ 5,000 50,000 57,200 57 रह जाएगा सारे मीन माइनस ਦੇ ਵਿੱਚ ਕਰੰਟ ਅਕਾਊਂਟ ਆਪਣਾ ਮਾਈਨਸ ਦੇ ਵਿੱਚ ਡੈਫਿਸਿਟ ਦੇ ਵਿੱਚ ਐਂਡ ਕੈਪੀਟਲ ਅਕਾਊਂਟ ਦੇ ਵਿੱਚ ਕਹਿੰਦੇ ਆਪਾਂ ਨੂੰ ਐਕਸਟਰਨਲ ਅਸਿਸਟੈਂਸ ਦਿਖਾਇਆ ਹੋਇਆ ਨੈਟ ਦਿਖਾਇਆ ਹੋਇਆ 3,413 ਐਂਡ ਐਕਸਟਰਨਲ ਕਮਰਸ਼ੀਅਲ ਬੋਰਿੰਗ ਉਹਦਾ ਵੀ ਨੈਟ ਦਿਖਾਇਆ ਹੋਇਆ ਹੈ 10,416 ਐਂਡ ਸ਼ਾਰਟ ਟਰਮ ਕ੍ਰੈਡਿਟਸ 2021 एंड बैंकिंग कैपिटल 7,433 एंड फॉरेन इन्वेस्टमेंट 3,94 एंड उस तो बाद अपन 30,94 एंड उस तो बाद अदर फ्लोज दिखाए हुए ने 1,024 तक कैपिटल अकाउंट बैलेंस तापा सारा दा A प्लस B प्लस C प्लस D प्लस E प्लस F सब दा प्लस करांगे तो 54,403 साडे कोल कैपिटल अकाउंट आ जाएगा एरर एंड एमिशंस दा अपने -486 किता ओवरऑल बैलेंस साडे कोल कितना रह गया 3,339 माइनस दे विच है ठीक है डेफिसिट दे विच है तो चेंज इन फॉरेन एक्सचेंज रिजर्व्स इंक्रीज एंड डिक्रीज नेगेटिव है ठीक है इकोनॉमिक सर्वे किया गया है 2019 to 20 ये सीगा साडा बीओपी जो अनफेवरेबल है एंड उस तो बाद है साडा करंट अकाउंट प्लस कैपिटल अकाउंट्स बैलेंस प्लस चेंज इन फॉरेन एक्सचेंज रिजर्व इक्वल टू 0 ਇਹਦੇ ਵਿੱਚ ਇਹ ਹੈ ਕਿ ਆਪਣਾ BOP ਫੇਵਰੇਬਲ ਕਦ ਹੋਏਗਾ ਬੈਲੈਂਸ ਦੇ ਵਿੱਚ ਕਦੋਂ ਹੋਏਗਾ ਜਦੋਂ ਕਹਿੰਦੇ ਆਪਣਾ ਹੈ ਜਿਹੜਾ ਤਿੰਨੇ ਤਰ੍ਹਾਂ ਦੀਆਂ ਆਈਟਮਸ ਨੇ ਜਿਹੜੀਆਂ ਉਹਨਾਂ ਦੇ ਐਕਸਪੋਰਟ ਤੇ ਤਿੰਨੇ ਤਰ੍ਹਾਂ ਦੀ ਆਈਟਮਸ ਤੇ ਇੰਪੋਰਟਸ ਕੀ ਹੋਣਗੇ ਇਕੁਅਲ ਹੋਣਗੇ ਉਦੋਂ BOP ਆਪਣਾ ਕੀ ਹੋਏਗਾ ਫੇਵਰੇਬਲ ਹੋਏਗਾ ਕਹਿੰਦੇ ਸਟਰਕਚਰ ਆਫ ਅ BOP ਸਟਰਕਚਰ ਕੀ ਹੁੰਦੀ ਹੈ BOP ਦੀ ਕਹਿੰਦੇ BOP ਇਜ਼ ਅ ਕੰਪਲੀਟ ਰਿਕਾਰਡ ਆਫ ਟੋਟਲ ਰਿਸਿਪਟਸ ਐਂਡ ਪੇਮੈਂਟਸ ਆਫ ਕੰਟਰੀ ਇਨ ਰਿਲੇਸ਼ਨਸ਼ਿਪ ਟੂ ਦਾ ਅਦਰ ਕੰਟਰੀਜ਼ ਅ ਗਿਵਨ ਪੀਰੀਅਡ ਆਫ ਟਾਈਮਸ ਇਹਦੇ ਵਿੱਚ ਕਹਿੰਦੇ ਕ੍ਰੈਡਿਟਸ ਤੇ ਡੈਬਿਟ ਹੁੰਦੇ ਨੇ ਤਾਂ ਬੈਲੈਂਸ ਆਫ ਪੇਮੈਂਟਸ ਦੇ ਵਿੱਚ ਕ੍ਰੈਡਿਟ ਸਾਈਡ ਹੁੰਦੀ ਹੈ ਡੈਬਿਟ ਸਾਈਡ ਹੁੰਦੀ ਹੈ ਕ੍ਰੈਡਿਟ ਸਾਈਡ ਕੀ ਇਨਕਲੂਡ ਕਰਦੀ ਹੈ ਵੈਲਿਊਜ਼ ਰਿਸੀਵਡ ਔਰ ਲਾਈਕਲੀ ਟੂ ਬੀ ਰਿਸੀਵਡ ਫਰਮ ਅਬਰੋਡ ਐਂਡ ਡੈਬਿਟ ਸਾਈਡ ਇਨਕਲੂਡਸ ਵੈਲਿਊਜ਼ ਪੇਡ ਔਰ ਪੇਬਲ ਆਫ ਦਾ ਅਦਰ ਆਈਟਮਸ ਮੀਨਸ एक साइड कहते सारे एक्सपोर्ट्स होंगे मीनस रिसिप्ट्स होंगियां एक साइड सारे इंपोर्ट्स होंगे मतलब उन्हां दे की होंगियां पेमेंट्स होंगियां कहते आपां फिर ਜਿਹੜੇ ਰਿਸਿਪਟਸ ਹੋਣਗੀਆਂ ਉਹਨਾਂ ਨੂੰ ਕ੍ਰੈਡਿਟ ਮੰਨਿਆ ਜਾਏਗਾ ਕਿਉਂਕਿ ਉਹਨਾਂ ਦੇ ਥਰੂ ਸਾਡੇ ਕੋਲ ਪੈਸਾ ਆਏਗਾ ਕਿਉਂਕਿ ਜਦੋਂ ਫਿਰ ਐਕਸਪੋਰਟ ਕਰਦੇ ਆ ਗੁੱਡਸ ਨੂੰ ਤਾਂ ਉਹਨਾਂ ਦੇ ਬਦਲੇ ਸਾਨੂੰ ਫੋਰਨ ਕਰੰਸੀ ਮਿਲਦੀ ਹੈ ਸਾਡੇ ਕੋਲ ਪੈਸਾ ਆਂਦਾ ਹੈ ਤਾਂ ਇਟਸ ਮੀਨਸ ਅ ਕ੍ਰੈਡਿਟ ਕ੍ਰੀਏਸ਼ਨ ਹੁੰਦੀ ਆ ਅਗਰ ਕਹਿੰਦੇ ਅਸੀਂ ਇੰਪੋਰਟ ਕਰਦੇ ਆ ਤਾਂ ਸਾਡਾ ਪੈਸਾ ਬਾਹਰ ਜਾਂਦਾ ਹੈ ठीक है आउटफ्लो होंदी है मनी तो इट्स मीन्स अ पेमेंट तो ये की हुंदा साडा डेबिट हुंदा है घटाना हुंदा है ठीक है तो बैलेंस ऑफ पेमेंट इंडिया दे विच कहंदे अपना इन्हां तीनां चीज़ां ते की है डिपेंड करता है कि फेवरेबल है अनफेवरेबल कहंदे BOP हमेशा की हुंदा है फेवरेबल हुंदा है करंट अकाउंट डेफिसिट करंट अकाउंट है जिहड़ा वो डेफिसिट दे विच हुंदा है लेकिन करंट प्लस कैपिटल हमेशा ही की आएगा बैलेंस दे विच रहेगा
तो ਤੁਸੀਂ ਦੇਖ ਸਕਦੇ ਹੋ balance of payments always balance of payments of a country always balance it is because under double entry system ਹੈ ਕਿਉਂਕਿ ਇਹਦੇ ਵਿੱਚ receipts and payments ਦੇ ਵਿੱਚ are always ਹੀ equal ਰਹਿੰਦੀਆਂ ਨੇ ਜੋ assets ਨੇ ਤੇ liabilities ਨੇ equal ਰਹਿੰਦੇ ਨੇ the subject need to be ਕਹਿੰਦੇ ਕਿਹੜੇ ਕਿਹੜੇ two senses ਨੇ ਤੇ balance of payment in accounting sense and balance of payment in operational sense means credits ਤੇ debits ਦੇ through ਗੱਲ ਕੀਤੀ ਗਈ ਇਹਦੇ ਵਿੱਚ ਐਂਡ ਡਿਸਇਕੁਇਲਿਬ੍ਰੀਅਮ ਇਨ ਬੈਲੈਂਸ ਆਫ ਪੇਮੈਂਟ ਕਦੋਂ ਹੋਏਗਾ ਕਹਿੰਦੇ ਡਿਸ ਬੈਲੈਂਸ ਆਫ ਪੇਮੈਂਟ ਹੈ ਜਿਹੜਾ ਇਕੁਇਲਿਬ੍ਰੀਅਮ ਦੇ ਵਿੱਚ ਤਾਂ ਉਦੋਂ ਹੋਏਗਾ ਜਦੋਂ ਕਹਿੰਦੇ ਰਿਸਿਪਟਸ ਤੇ ਪੇਮੈਂਟਸ ਆਪਣੀਆਂ ਕੀ ਹੋਣਗੀਆਂ ਇਕੁਅਲ ਹੋਣਗੀਆਂ ਐਂਡ ਕਹਿੰਦੇ ਬੈਲੈਂਸ ਆਫ ਜਿਹੜਾ ਪੇਮੈਂਟ ਹੈ ਉਹ ਬੈਲੈਂਸ ਦੇ ਵਿੱਚ ਉਦੋਂ ਹੁੰਦਾ ਹੈ when total receipts of a country or export of invisible and invisible goods are equal to total payments or imports of visible and invisible payments ਕਹਿੰਦੇ ਜਿਹੜੇ receipts ਨੇ export ਤੋਂ and ਜੋ payments ਨੇ import ਤੋਂ ਉਹ ਦੋਨੇ equal ਹੋਣਗੀਆਂ ਤਦੋਂ ਕੀ ਹੋਏਗਾ balance of payment ਹੈ ਜਿਹੜਾ ਉਹ favorable ਹੋਏਗਾ balance ਦੇ ਵਿੱਚ ਹੋਏਗਾ ਠੀਕ ਹੈ balance ਦੇ ਵਿੱਚ ਹੋਏਗਾ ਮਤਲਬ ਜ਼ੀਰੋ ਹੋਏਗਾ ਤਾਂ balance of payments ਜ਼ੀਰੋ ਉਦੋਂ ਹੋਏਗਾ ਠੀਕ ਹੈ ਬੈਲੈਂਸ ਦੇ ਵਿੱਚ ਉਦੋਂ ਹੋਏਗਾ ਜਦੋਂ ਕਹਿੰਦੇ ਜਿਹੜੀਆਂ ਰਿਸਿਪਟਸ ਮਾਈਨਸ ਪੇਮੈਂਟਸ ਨੇ ਇਕੁਅਲ ਟੂ ਜ਼ੀਰੋ ਨੇ ਜਿੰਨੀਆਂ ਰਿਸਿਪਟਸ ਨੇ ਓਨੀਆਂ ਹੀ ਪੇਮੈਂਟਸ ਨੇ ਤਾਂ ਬੈਲੈਂਸ ਆਫ ਪੇਮੈਂਟਸ ਇਜ਼ ਇਕੁਅਲ ਟੂ ਆਰ ਮਾਈਨਸ ਪੀ ਆਰ ਮੀਨਸ ਰਿਸਿਪਟਸ ਐਂਡ ਪੀ ਮੀਨਸ ਪੇਮੈਂਟਸ ਇਕੁਅਲ ਟੂ ਜ਼ੀਰੋ ਹੋਣਗੀਆਂ ਉਦੋਂ ਬੀਓਪੀ ਹੈ ਜਿਹੜਾ ਸਾਡਾ ਬੈਲੈਂਸ ਆਫ ਬੈਲੈਂਸ ਦੇ ਵਿੱਚ ਹੋਏਗਾ ਬੀਓਪੀ ਬੈਲੈਂਸ ਦੇ ਵਿੱਚ ਹੋਏਗਾ ਐਂਡ ਉਸ ਤੋਂ ਬਾਅਦ ਅਨਫੇਵਰੇਬਲ ਜਿਹੜਾ ਹੈ ਫੇਵਰੇਬਲ ਬੈਲੈਂਸ ਆਫ ਪੇਮੈਂਟ ਕਹਿੰਦੇ ਫੇਵਰੇਬਲ ਬੈਲੈਂਸ ਆਫ ਪੇਮੈਂਟਸ ਉਦੋਂ ਹੋਏਗਾ ਜਦੋਂ ਜਿਹੜੀਆਂ ਸਾਡੀਆਂ ਰਿਸਿਪਟਸ ਕੀ ਨੇ ਮੋਰ ਦੈਨ ਪੇਮੈਂਟਸ ਹੋਣਗੀਆਂ ਠੀਕ ਹੈ ਰਿਸਿਪਟਸ ਮੋਰ ਮਾਈਨਸ ਪੇਮੈਂਟਸ ਗ੍ਰੇਟਰ ਦੈਨ ਜ਼ੀਰੋ ਹੋਏਗਾ ਤਾਂ ਉਦੋਂ ਜਿਹੜਾ ਬੈਲੈਂਸ ਆਫ ਪੇਮੈਂਟ ਆ ਉਹ ਫੇਵਰੇਬਲ ਹੋਏਗਾ BF balance of payment is favorable is equal to R minus P greater than 0 ਜਦੋਂ balance of payment ਹੈ ਜਿਹੜਾ greater than 0 ਹੋਏਗਾ receipts minus payment ਤਦ favorable ਹੋਏਗਾ and unfavorable balance of payment ਕਦੋਂ ਹੋਏਗਾ ਜਦੋਂ ਕਹਿੰਦੇ VJU means unfavorable balance of payments is equal to R minus P less than 0 ਜਦੋਂ ਰਿਸਿਪਟਸ ਜ਼ਿਆਦਾ ਹੋਣ ਤੇ ਘੱਟ ਹੋਣ ਤੇ ਪੇਮੈਂਟਸ ਜ਼ਿਆਦਾ ਹੋਣ ਮੀਨਸ ਆਰ ਮਾਈਨਸ ਪੀ ਨੈਗੇਟਿਵ ਦੇ ਵਿੱਚ ਹੋਵੇ ਲੈਸ ਦੈਨ ਜ਼ੀਰੋ ਹੋਵੇ ਤਦੋਂ ਆਪਣਾ ਜਿਹੜਾ ਬੀਓ ਪੀਓ ਕੀ ਹੋਏਗਾ ਅਨਫੇਵਰੇਬਲ ਹੋਏਗਾ ਤਦ ਆਪਾਂ ਨੈਟ ਐਕਸਪੋਰਟ ਫੰਕਸ਼ਨ ਦੀ ਗੱਲ ਕਰਦੇ ਹਾਂ ਤਾਂ ਨੈਟ ਐਕਸਪੋਰਟਸ ਕੀ ਹੁੰਦੇ ਨੇ ਨੈਟ ਐਕਸਪੋਰਟ ਦਾ ਮਤਲਬ ਹੈ ਕਿ एक्सपोर्ट माइनस इंपोर्ट अगर पॉजिटिव है तो नैट एक्सपोर्ट अपना बैलेंस से विच है ठीक है अगर नेगेटिव है तो नैट एक्सपोर्ट अपना की अनबैलेंस से विच है मीनस अनफेवरेबल है तो देखिए तुसी नैट एक्सपोर्ट की गल कर सकते हो नैट एक्सपोर्ट देखने लिए सानू की करना पेगा एक्सपोर्ट माइनस इंपोर्ट करने पैणगे ਐਕਸਪੋਰਟ ਮਾਈਨਸ ਇੰਪੋਰਟ ਕਰਨੇ ਪੈਣਗੇ ਤਾਂ ਜਿਹੜੇ ਆਪਣੇ ਇਹ ਪੋਜ਼ਿਟਿਵ ਦੇ ਵਿੱਚ ਵੀ ਆ ਸਕਦਾ ਨੈਗੇਟਿਵ ਦੇ ਵਿੱਚ ਵੀ ਆ ਸਕਦਾ ਅਗਰ ਤਾਂ ਪੋਜ਼ਿਟਿਵ ਦੇ ਵਿੱਚ ਆਏਗਾ ਤਾਂ ਜਿਹੜੇ ਨੈਟ ਐਕਸਪੋਰਟਸ ਨੇ ਫੇਵਰੇਬਲ ਹੋਣਗੇ ਮਿਸ ਐਕਸਪੋਰਟ ਜ਼ਿਆਦਾ ਤੇ ਇੰਪੋਰਟ ਘੱਟ ਅਗਰ ਇਹ ਜ਼ੀਰੋ ਆ ਗਿਆ ਤਾਂ ਬੈਲੈਂਸ ਦੇ ਵਿੱਚ ਨੇ ਐਕਸਪੋਰਟ ਇੰਪੋਰਟ ਅਗਰ ਕੀ ਆ ਗਿਆ ਆਪਣਾ ਨੈਗੇਟਿਵ ਦੇ ਵਿੱਚ ਆ ਮਿਸ ਨੈਟ ਐਕਸਪੋਰਟ ਸਾਡੇ ਕਿੰਨੇ ਘੱਟ ਨੇ ਮਿਸ ਐਕਸਪੋਰਟ ਸਾਡੇ ਘੱਟ ਨੇ ਤੇ ਇੰਪੋਰਟ ਸਾਡੇ ਜ਼ਿਆਦਾ ਨੇ ਹੁਣ ਦੇਖੋ ਜਦੋਂ ਨੈਟ ਐਕਸਪੋਰਟਸ ਜ਼ਿਆਦਾ ਹੋਣਗੇ ਤਾਂ ਨੈਟ ਐਕਸਪੋਰਟ ਜ਼ਿਆਦਾ ਹੋਣਗੇ ਇਟਸ ਮੀਨ ਸਾਡੀ ਇਕਨੋਮੀ ਦੇ ਵਿੱਚ ਜਿਹੜੀਆਂ ਇਨਕਮ ਹੈ ਉਹਦਾ ਕੀ ਹੋਏਗਾ ਇਨਫਲੋ ਹੋਏਗਾ ਮੀਨਸ ਨੈਟ ਐਕਸਪੋਰਟਸ ਫੇਵਰੇਬਲ ਨੇ ਐਕਸਪੋਰਟ ਮਾਈਨਸ ਇੰਪੋਰਟ ਇਜ਼ ਇਕੁਅਲ ਟੂ ਨੈਟ ਐਕਸਪੋਰਟ ਪੋਜ਼ਿਟਿਵ ਨੇ ਐਕਸਪੋਰਟ ਜ਼ਿਆਦਾ ਨੇ ਇੰਪੋਰਟ ਘੱਟ ਨੇ ਤਦ ਕੀ ਆ ਐਕਸਪੋਰਟ ਜ਼ਿਆਦਾ ਕਰ ਰਹੇ ਆ ਸਾਡੇ ਕੋਲ ਕਰੰਸੀ ਜ਼ਿਆਦਾ ਆ ਰਹੀ ਹੈ ਫੋਰਨ ਤੱਕ ਕਰੰਸੀ ਆ ਰਹੀ ਹੈ ਤਾਂ ਸਾਡੀ ਡੋਮੈਸਟਿਕ ਡਿਮਾਂਡ ਵੀ ਕੀ ਹੈ ਇਨਕਰੀਜ਼ ਹੋ ਰਹੀ ਹੈ ਡੋਮੈਸਟਿਕ ਡਿਮਾਂਡ ਇਨਕਰੀਜ਼ ਹੋ ਰਹੀ ਹੈ ਮੀਨਸ ਕੀ ਆ ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਜਿਹੜੀ ਆਪਣੀ ਰੀਅਲ ਆਊਟਪੁੱਟ ਉਹ ਵੀ ਕੀ ਹੋਏਗੀ ਜੀਡੀਪੀ ਰੀਅਲ ਜੀਡੀਪੀ ਇਕਨੋਮੀ ਦੇ ਵਿੱਚ ਉਹ ਵੀ ਕੀ ਹੋਏਗੀ ਇਨਕਰੀਜ਼ ਹੋਏਗੀ ਐਂਡ ਉਸ ਤੋਂ ਬਾਅਦ ਅਗਰ ਕੀ ਆ ਨੈਟ ਐਕਸਪੋਰਟ ਨੈਗੇਟਿਵ ਦੇ ਵਿੱਚ ਨੇ ਮੀਨਸ ਐਕਸਪੋਰਟ ਘੱਟ ਇੰਪੋਰਟ ਜ਼ਿਆਦਾ ਤਦ ਕੀ ਆ ਬਾਹਰ ਸਾਡੀ ਕਰੰਸੀ ਜਾ ਰਹੀ ਹੈ ਬਾਹਰ ਤੋਂ ਅਸੀਂ ਚੀਜ਼ਾਂ ਜ਼ਿਆਦਾ ਮੰਗਾ ਰਹੇ ਆ ਤਾਂ ਬਾਹਰਲੇ ਗੁਡਸ ਦੀ ਡਿਮਾਂਡ ਜ਼ਿਆਦਾ ਹੈ ਡੋਮੈਸਟਿਕ ਗੁਡਸ ਦੀ ਡਿਮਾਂਡ ਘੱਟ ਹੈ ਤਾਂ ਇਸ ਦਾ ਡੋਮੈਸਟਿਕ ਜਿਹੜੀ ਡਿਮਾਂਡ ਹੈ ਉਸ ਤੇ ਇਫੈਕਟ ਪਏਗਾ ਡੋਮੈਸਟਿਕ ਡਿਮਾਂਡ ਘਟੇਗੀ ਜਿਹਦੇ ਨਾਲ ਜਿਹੜੀ ਡੋਮੈਸਟਿਕ ਪ੍ਰੋਡਕਸ਼ਨ ਹੈ ਉਹ ਵੀ ਘਟੇਗੀ ਰੀਅਲ ਜੀਡੀਪੀ ਘਟੇਗੀ ਠੀਕ ਹੈ ਜਿਹਦੇ ਥਰੂ ਆਊਟਪੁੱਟ ਘਟੇਗੀ ਇਕੁਇਲਿਬ੍ਰੀਅਮ ਜੀਡੀਪੀ ਇਕੁਇਲਿਬ੍ਰੀਅਮ ਆਊਟਪੁੱਟ ਡਿਕਰੀਜ਼ ਹੋ ਜਾਏਗੀ ਇਸੇ ਤਰ੍ਹਾਂ ਜਿਹੜਾ ਆਪਣਾ ਐਕਸਟਰਨਲ ਸੈਕਟਰ ਹੈ ਉਸ ਚੀਜ਼ ਦਾ ਇਫੈਕਟ ਆਪਣੀ ਇਕਨੋਮੀ ਤੇ ਪੈਂਦਾ ਹੈ ਤੇ ਜੇ ਬੀਓਪੀ ਫੇਵਰੇਬਲ ਹੈ ਤਾਂ ਇਟਸ ਮੀਨਸ आउटपुट इंक्रीज होएगी ग्रोथ होएगी एंड डेवलपमेंट होएगी अगर बीओपी अनफेवरेबल है तो डिमांड घटेगी तद की अपनी जी प्रोडक्शन है वो भी घटेगी तद की जी हमने अपनी आउटपुट इक्विलिब्रियम जीडीपी भी घटेगी
ਨੈਟ ਐਕਸਪੋਰਟਸ ਕਹਿੰਦੇ ਇਹ ਇਨਵੈਸਟਮੈਂਟ ਤੇ ਵੀ ਡਿਪੈਂਡ ਕਰਦੇ ਨੇ ਤੇ ਮਨੀ ਦੇ ਫਲੋ ਤੇ ਵੀ ਡਿਪੈਂਡ ਕਰਦੇ ਨੇ। ਨਾਓ ਦ ਨੈਕਸਟ ਇਜ਼ ਇਕੁਇਲਿਬ੍ਰੀਅਮ ਆਊਟਪੁੱਟ ਇਨ ਓਪਨ ਇਕੋਨਮੀ। ਕਹਿੰਦੇ ਓਪਨ ਇਕੋਨਮੀ ਜਿੱਥੇ ਕਹਿੰਦੇ 4 ਸੈਕਟਰ ਇਕੋਨਮੀ ਹੈ, ਆਪਣਾ ਹਾਊਸ ਹੋਲਡ ਸੈਕਟਰ ਵੀ ਆ, ਪ੍ਰੋਡਿਊਸਰ ਸੈਕਟਰ ਵੀ ਆ, ਗਵਰਨਮੈਂਟ ਸੈਕਟਰ ਵੀ ਆ ਐਂਡ ਐਕਸਟਰਨਲ ਸੈਕਟਰ ਵੀ ਆ, ਠੀਕ ਹੈ। ਤਾਂ ਉੱਥੇ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਇਕੋਨਮੀ ਦੇ ਵਿੱਚ ਕਿੱਥੇ ਹੋਏਗੀ? ਦੇਖੋ ਆਪਾਂ ਨੇ 2 ਸੈਕਟਰ ਜਿਹੜਾ ਕਲਾਸੀਕਲ ਦਾ ਮਾਡਲ ਪੜਿਆ ਸੀ ਉਹਦੇ ਵਿੱਚ ਆਪਾਂ ਨੇ ਬੋਲਿਆ ਸੀਗਾ ਕਿ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਉੱਥੇ ਹੋਏਗੀ ਜਿੱਥੇ ਐਗਰੀਗੇਟ ਡਿਮਾਂਡ ਇਕੁਅਲ ਟੂ ਐਗਰੀਗੇਟ ਸਪਲਾਈ ਹੋਏਗੀ। ਤਾਂ ਕਲਾਸੀਕਲਸ ਨੇ 2 ਸੈਕਟਰ ਇਕੋਨਮੀ ਲਿੱਤਾ ਸੀ। ਉਹਨਾਂ ਨੇ ਬੋਲਿਆ ਸੀਗਾ ਕਿ ਇੱਕ ਹਾਊਸ ਹੋਲਡ ਸੈਕਟਰ ਹੈ, ਇੱਕ ਆਪਣਾ ਇਨਵੈਸਟ ਪ੍ਰੋਡਿਊਸਰ ਸੈਕਟਰ ਹੈ। ਹਾਊਸ ਹੋਲਡ ਸੈਕਟਰ ਕੰਜ਼ੰਪਸ਼ਨ ਐਕਸਪੈਂਡੀਚਰ ਕਰੇਗਾ, ਕੰਜ਼ੰਪਸ਼ਨ ਗੁड्स ਦੀ ਡਿਮਾਂਡ ਕਰੇਗਾ, ਤੇ ਪ੍ਰੋਡਿਊਸਰ ਸੈਕਟਰ ਇਨਵੈਸਟਮੈਂਟ ਗੁड्स ਦੀ ਡਿਮਾਂਡ ਕਰੇਗਾ। ਤਾਂ ਐਗਰੀਗੇਟ ਡਿਮਾਂਡ ਕਹਿੰਦੇ ਤੇ ਐਗਰੀਗੇਟ ਡਿਮਾਂਡ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ? ਕੰਜ਼ੰਪਸ਼ਨ ਪਲੱਸ ਇਨਵੈਸਟਮੈਂਟ ਤੇ ਡਿਪੈਂਡ ਕਰਦੀ ਹੈ। ਐਂਡ ਉਸ ਤੋਂ ਬਾਅਦ ਕੇਨਸ ਨੇ ਬੋਲਿਆ ਸੀ ਕਿ ਗਵਰਨਮੈਂਟ ਐਕਸਪੈਂਡੀਚਰ ਦਾ ਵੀ ਇਫੈਕਟ ਪੈਂਦਾ ਹੈ। ਕੇਨਸ ਨੇ 3 ਸੈਕਟਰ, ਪਹਿਲਾਂ ਤਾਂ 2 ਸੈਕਟਰ ਇਕੋਨਮੀ ਦੀ ਗੱਲ ਕੀਤੀ ਹੈ, ਬਾਅਦ ਵਿੱਚ ਗਵਰਨਮੈਂਟ ਇੰਟਰਵੈਂਸ਼ਨ ਨੂੰ ਲਿੱਤਾ, ਗਵਰਨਮੈਂਟ ਐਕਸਪੈਂਡੀਚਰ ਦੀ ਗੱਲ ਕੀਤੀ ਉਹਨਾਂ ਨੇ ਕੇਨਸ ਨੇ। ਤਾਂ ਫਿਰ ਕਹਿੰਦੇ ਕੀ ਆ, ਕਹਿੰਦੇ ਜਿਹੜੀ ਕੇਨਸ ਕੀ ਬੋਲਦੇ ਨੇ ਕਿ ਜਿਹੜੀ ਐਗਰੀਗੇਟ ਡਿਮਾਂਡ ਹੈ ਉਹ 3 ਸੈਕਟਰਸ ਤੇ ਡਿਪੈਂਡ ਕਰਦੀ ਹੈ, ਕੰਜ਼ੰਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗਵਰਨਮੈਂਟ ਐਕਸਪੈਂਡੀਚਰ। ਗਵਰਨਮੈਂਟ ਵੱਲੋਂ ਡਿਮਾਂਡ ਹੁੰਦੀ ਹੈ ਜੋ ਗੁड्स ਦੀ ਐਂਡ ਪ੍ਰੋਡਿਊਸਰ ਵੱਲੋਂ ਹੁੰਦੀ ਹੈ ਜੋ ਕੰਜ਼ਿਊਮਰ ਵੱਲੋਂ ਹੁੰਦੀ ਆ। ਤਾਂ AD ਇਜ਼ ਇਕੁਅਲ ਟੂ C ਪਲੱਸ I ਪਲੱਸ G, ਠੀਕ ਹੈ। ਕੰਜ਼ੰਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗਵਰਨਮੈਂਟ ਐਕਸਪੈਂਡੀਚਰ। ਬਟ ਇਨ 4 ਸੈਕਟਰ ਇਕੋਨਮੀ ਦੇ ਵਿੱਚ ਕੀ ਗੱਲ ਕੀਤੀ ਗਈ ਆ, ਜਿਹੜੀ ਐਗਰੀਗੇਟ ਡਿਮਾਂਡ ਆ ਉਹ ਕਿਸ ਚੀਜ਼ ਤੇ ਡਿਪੈਂਡ ਕਰਦੀ ਆ? ਇੱਕ ਤਾਂ ਪਹਿਲਾਂ ਵਾਲੇ 3 ਸੈਕਟਰਸ ਹੋ ਗਏ, ਠੀਕ ਹੈ, ਹਾਊਸ ਹੋਲਡ, ਪ੍ਰੋਡਿਊਸਰ ਐਂਡ ਗਵਰਨਮੈਂਟ, ਐਂਡ ਉਸ ਤੋਂ ਇਲਾਵਾ ਨੈਟ ਐਕਸਪੋਰਟ ਤੇ ਵੀ ਡਿਪੈਂਡ ਕਰਦੀ ਹੈ। ਮੀਨਸ ਐਕਸਟਰਨਲ ਸੈਕਟਰ ਤੇ ਵੀ ਆਪਣੀ ਜਿਹੜੀ ਇਕੋਨਮੀ ਹੈ ਉਹਦੀ ਆਊਟਪੁੱਟ ਡਿਪੈਂਡ ਕਰਦੀ ਆ। ਤਾਂ ਨੈਟ ਐਕਸਪੋਰਟ ਤੁਸੀਂ ਦੇਖ ਹੀ ਲਿੱਤਾ। ਨੈਟ ਐਕਸਪੋਰਟ ਕੀ ਹੁੰਦਾ ਹੈ? ਐਕਸਪੋਰਟ ਮਾਈਨਸ ਇੰਪੋਰਟ, ਜੋ ਬਚੇਗਾ ਦੈਟ ਇਜ਼ ਅ ਨੈਟ ਐਕਸਪੋਰਟ। ਅਗਰ ਨੈਟ ਐਕਸਪੋਰਟ ਜ਼ਿਆਦਾ ਨੇ ਤਾਂ ਇਟਸ ਮੀਨਸ ਸਾਡੀ ਐਕਸਪੋਰਟ ਜ਼ਿਆਦਾ ਹੋ ਰਹੀ ਹੈ, ਜ਼ਿਆਦਾ ਪ੍ਰੋਡਕਸ਼ਨ ਕਰਕੇ ਅਸੀਂ ਜ਼ਿਆਦਾ ਗੁड्स ਬਾਹਰ ਭੇਜ ਰਹੇ ਹਾਂ, ठीक है। जिन्नी मनी आ रही है फिर इन्वेस्ट करके फिर प्रोडक्शन कर रहे हैं, मीन आउटपुट इंक्रीज हो रही है, तो इकोनॉमी ते पॉजिटिव इफेक्ट पेगा, ग्रोथ एंड डेवलपमेंट होएगी, रियल GDP ते आउटपुट है जी वो की होएगी? इंक्रीज होएगी। अगर नैट एक्सपोर्ट घट ने तो इट्स मीनस जी साडी ग्रोथ है, इकोनॉमी की डेवलपमेंट है वो घटेगी, मीनस आउटपुट की घट होएगी, इंप्लॉयमेंट भी घट होएगी क्योंकि एग्रीगेट डिमांड घट होएगी फॉरनर्स से द्वारा साडी गुड्स की। तो नैट एक्सपोर्ट ਵਧਣ ਦਾ ਜਿਹੜਾ ਹੈ ਪੋਜ਼ਿਟਿਵ ਇਫੈਕਟ ਬਣਦਾ ਹੈ ਕਿਉਂਕਿ ਨੈਟ ਐਕਸਪੋਰਟ ਇਨਕਰੀਜ਼ ਹੋਣ ਦੇ ਨਾਲ ਜਿਹੜੀ ਐਗਰੀਗੇਟ ਡਿਮਾਂਡ ਆ ਉਹ ਇਨਕਰੀਜ਼ ਹੋਏਗੀ। ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਆਊਟਪੁੱਟ ਇਨਕਰੀਜ਼ ਹੋਏਗੀ, ਇੰਪਲੋਇਮੈਂਟ ਵੀ ਇਨਕਰੀਜ਼ ਹੋਏਗੀ। ਇਕੁਇਲਿਬ੍ਰੀਅਮ ਆਊਟਪੁੱਟ ਤੇ ਇਕੁਇਲਿਬ੍ਰੀਅਮ ਜਿਹੜੀ ਹੈ ਇੰਪਲੋਇਮੈਂਟ ਦੇ ਵਿੱਚ ਇਨਕਰੀਜ਼ ਹੋਏਗਾ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਆਪਣੀ ਇਸ ਡਾਇਗਰਾਮ ਦੇ ਵਿੱਚ OY ਤੇ ਆਪਣੀ ਹੈ ਉਹ ਐਕਸ ਐਕਸਿਸ ਤੇ ਜਿਹੜੀ ਹੈ ਆਪਾਂ ਨੂੰ ਇਕੁਇਲਿਬ੍ਰੀਅਮ ਆਊਟਪੁੱਟ ਦਿਖਾਈ ਗਿਆ ਇਕੋਨਮੀ ਦੇ ਵਿੱਚ, ਐਂਡ OY ਤੇ ਐਗਰੀਗੇਟ ਡਿਮਾਂਡ ਦਿਖਾਈ ਗਿਆ। ਤਾਂ ਕੇਨਸ ਨੇ ਬੋਲਿਆ ਸੀ ਕਿ ਐਗਰੀਗੇਟ ਡਿਮਾਂਡ ਤੇ ਜਿਹੜੀ ਆਪਣੀ ਐਗਰੀਗੇਟ ਆਊਟਪੁੱਟ ਹੈ ਉਹ ਡਿਪੈਂਡ ਕਰਦੀ ਹੈ, ਮੀਨਸ ਇਕੁਇਲਿਬ੍ਰੀਅਮ ਆਊਟਪੁੱਟ ਡਿਪੈਂਡ ਕਰਦੀ ਆ। ਜਿੰਨੀ ਡਿਮਾਂਡ ਇਨਕਰੀਜ਼ ਹੋਏਗੀ ਉਨੀ ਹੀ ਆਊਟਪੁੱਟ ਵੀ ਇਨਕਰੀਜ਼ ਹੋਏਗੀ। ਤਾਂ ਪਹਿਲਾਂ ਇਹਨਾਂ ਨੇ 3 ਸੈਕਟਰ ਇਕੋਨਮੀ ਦੇ ਵਿੱਚ ਬੋਲੇ ਸੀ ਕਿ ਐਗਰੀਗੇਟ ਡਿਮਾਂਡ 3 ਸੈਕਟਰਸ ਤੇ ਡਿਪੈਂਡ ਕਰਦੀ ਆ, ठीक है। C प्लस I प्लस G 3 तरह के एक्सपेंडिचर्स थे। तो तुम इस डायग्राम के देख सकते हो जी एग्रीगेट आउटपुट कम है वो की ओरिजिन तो स्टार्ट हो रही है 45 डिग्री एंगल तो स्टार्ट हो रही है जिथे AD इज इक्वल टू Y है। तो फर्स्ट जी इनिशियल एग्रीगेट डिमांड है 3 सैक्टर इकोनॉमी के जब अपना है जो एक्सटर्नल सैक्टर नहीं सीगा उदों कहते 3 सैक्टर्स ते एग्रीगेट डिमांड डिपेंड करती सी जेडी कर्व की है C प्लस I प्लस G 3 सैक्टर्स की डिमांड कर्व ਨੂੰ रिप्रजेंट कर रही है। एंड उस तो बाद अगर कहते एक्सटर्नल सैक्टर एंटर होंगे है तो एक्सटर्नल सैक्टर के थ्रू नैट एक्सपोर्ट की ने इनक्रीज होंगे हैं। जो नैट एक्सपोर्ट्स ने उन्होंने एक्सपेंडिचर किया जाता है, प्रोडक्शन से जो है इन्वेस्टमेंट की जाती है ताकि गुड्स को बाहर ज़्यादा भेजा जा सके, तो एग्रीगेट डिमांड इनक्रीज होंगी है इन डोमैसटिक कंट्री के फॉरनर्स के थ्रू। तो AD कर्व है किया नीचे तो जाके 4 सैक्टर इकोनॉमी के किया AD कर्व ऊपर शिफ्ट हो जाएगी। तो एग्रीगेट डिमांड नैट एक्सपोर्ट्स इनक्रीज होने के नाल की हो जाएगा, पहला जी एग्रीगेट डिमांड C प्लस I प्लस G सी हुण ऊपर होके की हो जाएगी C प्लस I प्लस G प्लस NX मीनस नैट एक्सपोर्ट्स के इंक्रीज होने ना एग्रीगेट डिमांड इंक्रीज होकर ऊपर चले जाएगी, जिसका की इफेक्ट होया पहला जी अपनी इक्विलिब्रियम आउटपुट है जो एक्सटर्नल सैक्टर नहीं सीगा उदों OY
वन ਸੀਗੀ ਲੇਕਿਨ ਹੁਣ ਐਕਸਟਰਨਲ ਸੈਕਟਰ ਆਉਣ ਦੇ ਨਾਲ ਨੈਟ ਐਕਸਪੋਰਟ ਇਨਕਰੀਜ਼ ਹੋਣ ਦੇ ਨਾਲ ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਜਿਹੜੀ ਆਪਣੀ ਆਊਟਪੁੱਟ ਹੈ ਉਹ ਵੀ ਇਨਕਰੀਜ਼ ਹੋ ਕੇ ਕਿੰਨੀ ਹੋ ਗਈ OY1 ਤੋਂ OY2 ਹੋ ਗਈ ਮਤਲਬ ਕਿੰਨਾ ਇਨਕਰੀਜ਼ ਹੋਇਆ फोर सैक्टर्स ਦੇ ਨਾਲ ਐਕਸਟਰਨਲ ਸੈਕਟਰ ਦੇ ਨਾਲ ਆਪਣੀ ਆਊਟਪੁੱਟ ਦੇ ਵਿੱਚ Y1 ਤੋਂ Y2 ਇਨਕਰੀਜ਼ ਹੋਇਆ ਜੋ ਫੋਰਨ ਸੈਕਟਰ ਐਕਸਟਰਨਲ ਸੈਕਟਰ ਦਾ ਇਫੈਕਟ ਪਿਆ ਹੈ ਆਪਣੀ ਆਊਟਪੁੱਟ ਤੇ ਆਪਣੀ ਇਕਨੋਮੀ ਦੀ ਗਰੋਥ ਤੇ ਇਕਨੋਮੀ ਦੀ GDP ਤੇ ਅਗਰ ਕਹਿ ਸਕਦੇ ਹਾਂ ਕਿ ਜਿਹੜਾ ਆਪਣਾ ਫੋਰਨ ਸੈਕਟਰ ਹੈ ਉਸ ਦਾ ਵੀ ਆਪਣੀ ਜਿਹੜੀ ਇਕਨੋਮੀ ਹੈ ਉਹਦੀ ਗਰੋਥ ਤੇ ਉਹਦੀ GDP ਤੇ ਉਹਦੀ ਆਊਟਪੁੱਟ ਤੇ ਇਫੈਕਟ ਪੈਂਦਾ ਹੈ ਅਗਰ ਫੇਵਰੇਬਲ ਹੋਵੇ ਐਕਸਪੋਰਟਸ ਜ਼ਿਆਦਾ ਹੋਣ ਤਾਂ ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਇਨਵੈਸਟਮੈਂਟ ਵੀ ਇਨਕਰੀਜ਼ ਹੁੰਦੀ ਆ ਪ੍ਰੋਡਕਸ਼ਨ ਵੀ ਇਨਕਰੀਜ਼ ਹੁੰਦੀ ਆ ਇੰਪਲੋਇਮੈਂਟ ਵੀ ਇਨਕਰੀਜ਼ ਹੁੰਦੀ ਆ ਤਾਂ ਰੀਅਲ GDP ਤੇ ਆਊਟਪੁੱਟ ਤਾਂ ਇਨਕਰੀਜ਼ ਹੋਏਗੀ ਹੀ ਹੋਏਗੀ ਜੋ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ OY1 ਤੋਂ ਇਨਕਰੀਜ਼ ਹੋ ਕੇ OY2 ਹੋ ਗਈ ਕਿਉਂਕਿ ਨੈਟ ਐਕਸਪੋਰਟਸ ਪੋਜ਼ਿਟਿਵ ਨੇ ਨੈਟ ਐਕਸਪੋਰਟਸ ਕੀ ਹੋਏ ਨੇ ਇਨਕਰੀਜ਼ ਹੋਏ ਨੇ ਠੀਕ ਹੈ ਤਾਂ ਇਹ ਸੀਗਾ ਆਪਣਾ ਪੋਜ਼ਿਟਿਵ ਇਫੈਕਟ ਜੋ ਆਪਾਂ ਨੇ ਦੇਖਿਆ ਕਹਿੰਦੇ ਲੇਕਿਨ ਕਈ ਵਾਰ ਡਿਸਇਕੁਇਲਿਬ੍ਰੀਅਮ ਦੀ ਪੋਜੀਸ਼ਨ ਵੀ ਆ ਜਾਂਦੀ ਹੈ ਕਹਿੰਦੇ ਉਹਦੇ ਮੇਨ ਰੀਜ਼ਨਸ ਕੀ ਹੁੰਦੇ ਨੇ ਨੈਚੁਰਲ ਰੀਜ਼ਨਸ ਹੁੰਦੇ ਨੇ ਜਿਵੇਂ ਕਿ ਫੈਮਿਨਾਈਜ਼ ਹੋ ਗਿਆ ਡਰਾਟਸ ਹੋ ਗਿਆ ਅਰਥਕੁਇਕ ਹੋ ਗਿਆ ਫਲੱਡਸ ਹੋ ਗਿਆ ਜਿਹਦੇ ਥਰੂ ਪ੍ਰੋਡਕਸ਼ਨ ਘਟ ਜਾਂਦੀ ਆ ਐਂਡ ਇਕਨੋਮਿਕ ਕਾਜ਼ਸ ਵੀ ਹੋ ਗਿਆ ਜਿਵੇਂ ਕਿ ਇਕਨੋਮਿਕ ਡਿਵੈਲਪਮੈਂਟ ਪਲਾਨਸ ਨੇ ਜਿਹੜੇ ਉਹ ਆਪਣੇ ਸਹੀ ਨਹੀਂ ਨਿਕਲੇ ਠੀਕ ਹੈ ਉਹ ਫੇਲ ਹੋ ਗਏ ਆਪਣੇ ਜੋ ਆਬਜੈਕਟਿਵ ਸੀਗੇ ਆਪਾਂ ਉਹ ਨਹੀਂ ਪੂਰੇ ਕਰ ਸਕੇ ਮਾਡਰਨ ਮਸ਼ੀਨਰੀ ਨਹੀਂ ਸੀਗੀ ਟ੍ਰੈਡੀਸ਼ਨਲ ਟੈਕਨੀਕਸ ਸੀਗੀਆਂ ਐਂਡ ਪ੍ਰਾਈਸ ਕਾਸਟ ਅਫੈਕਟ ਕਹਿੰਦੇ ਪ੍ਰੋਡਕਸ਼ਨ ਤੇ ਡਿਮਾਂਡ ਤੇ ਪ੍ਰਾਈਸ ਤੇ ਕਾਸਟ ਦਾ ਵੀ ਇਫੈਕਟ ਪੈਂਦਾ ਹੈ ਜਿਵੇਂ ਕਿ ਆਪਾਂ ਨੇ ਥਿਊਰੀਜ਼ ਕੀਤੀਆਂ ਸੀ ਇੰਟਰਨੈਸ਼ਨਲ ਟ੍ਰੇਡ ਤਦੋਂ ਹੀ ਹੁੰਦੀ ਆ ਜਦੋਂ ਕੰਪੈਰੀਟਿਵ ਕਾਸਟ ਐਡਵਾਂਟੇਜ ਤੇ ਡਿਸਐਡਵਾਂਟੇਜ ਦੇਖਿਆ ਜਾਂਦਾ ਹੈ ਅਗਰ ਕਹਿੰਦੇ ਕਾਸਟ ਇਨਕਰੀਜ਼ ਹੋ ਰਹੀ ਹੈ ਆਪਣੀ ਡੋਮੈਸਟਿਕ ਕੰਟਰੀ ਦੇ ਵਿੱਚ ਜੋ ਐਕਸਪੋਰਟਸ ਨੈਟ ਐਕਸਪੋਰਟਸ ਕੀਤੇ ਜਾਂਦੇ ਨੇ ਉਹਨਾਂ ਦੀ ਤਦ ਆਪਣੀ ਪ੍ਰੋਡਕਸ਼ਨ ਇਨਕਰੀਜ਼ ਨਹੀਂ ਹੋਏਗੀ ਕਾਸਟ ਇਨਕਰੀਜ਼ ਹੋਣ ਦੇ ਨਾਲ ਤਾਂ ਪ੍ਰਾਈਸਿਸ ਵੀ ਹਾਈ ਹੋਣਗੇ ਜਿਨ੍ਹਾਂ ਦੇ ਕਰਕੇ ਡਿਮਾਂਡ ਵੀ ਘਟ ਸਕਦੀ ਆ ਬੈਲੈਂਸ ਆਫ ਪੇਮੈਂਟ ਹੈ ਜਿਹੜਾ ਐਡਵਰਸ ਵੀ ਜਾ ਸਕਦਾ ਹੈ ਤੇ ਆਪਣੀ ਇਕਨੋਮੀ ਤੇ ਵੀ ਐਡਵਰਸ ਇਫੈਕਟ ਪੈ ਸਕਦਾ ਹੈ ਐਂਡ ਨੈਕਸਟ ਇਜ਼ ਅ ਸਾਈਕਲਿਕਲ ਫਲਕਚੁਏਸ਼ਨ ਕਹਿੰਦੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਮੇਨ ਕਾਜ਼ਸ ਕੀ ਹੈ ਡਿਸਇਕੁਇਲਿਬ੍ਰੀਅਮ ਦਾ ਜਿਹਦੇ ਥਰੂ ਨੈਟ ਐਕਸਪੋਰਟਸ ਕਰਦੇ ਨੇ ਡੈਟ ਇਜ਼ ਦਾ ਸਾਈਕਲਿਕਲ ਫਲਕਚੁਏਸ਼ਨਸ ਮੀਨਸ ਬੂਮ ਡਿਪਰੈਸ਼ਨ ਰਿਕਵਰੀ ਐਂਡ ਰਿਸੈਸ਼ਨ ਐਂਡ ਦ ਨੈਕਸਟ ਇਜ਼ ਡਿਕਲਾਈਨ ਇਨ ਫੋਰਨ ਡਿਮਾਂਡ ਅਗਰ ਫੋਰਨ ਦੇ ਵਿੱਚ ਸਾਡੇ ਗੁਡਸ ਦੀ ਡਿਮਾਂਡ ਘਟ ਜਾਂਦੀ ਹੈ ਤਾਂ ਐਕਸਪੋਰਟਸ ਘਟ ਜਾਣਗੇ ਇੰਪੋਰਟ ਸਾਡੇ ਉਨੇ ਹੀ ਰਹਿਣਗੇ ਜਿਹਦਾ ਬੈਲੈਂਸ ਆਫ ਪੇਮੈਂਟ ਤੇ ਕੀ ਰਹੇਗਾ ਐਡਵਰਸ ਇਫੈਕਟ ਰਹੇਗਾ ਇਹਦਾ ਮੇਨ ਰੀਜ਼ਨ ਹੋ ਸਕਦਾ ਹੈ सीजन हो सकता है एंड या फिर टेस्ट एंड प्रैफरेंस चेंज होना हो सकता है चेंज इन टर्म्स ऑफ ट्रेड कहते जो टर्म्स ऑफ ट्रेड है जोड़ा विजिबल गुड्स का एक्सपोर्ट इंपोर्ट है जोड़ा वो की होवे अनफेवरेबल होवे तद भी बैलेंस ऑफ पेमेंट ते एडवर्स इफेक्ट पैंदा है एंड द नेक्स्ट इज द डेमोनस्ट्रेशन इफेक्ट ਡੈਮੋਨਸਟ੍ਰੇਸ਼ਨ ਇਫੈਕਟ ਦੇ ਵਿੱਚ ਕੀ ਹੈ ਕਿ ਅਗਰ ਜਿਹੜੀ ਆਪਣੀ ਟ੍ਰੇਡ ਹੈ ਉਹ ਅੰਡਰ ਡਿਵੈਲਪ ਕੰਟਰੀਜ਼ ਤੋਂ ਹਟ ਕੇ ਸਿਰਫ ਡਿਵੈਲਪ ਕੰਟਰੀਜ਼ ਦੇ ਵਿੱਚ ਹੋਣੀ ਸਟਾਰਟ ਹੋ ਸਕੇ ਮੀਨਸ ਆਪਾਂ ਜਿਹੜੀਆਂ ਵਧੀਆ ਕੰਟਰੀਜ਼ ਨੇ ਡਿਵੈਲਪ ਕੰਟਰੀਜ਼ ਨੇ ਉਹਨਾਂ ਤੋਂ ਹੀ ਸਿਰਫ ਐਕਸਪੋਰਟ ਇੰਪੋਰਟ ਕਰੀਏ ਦੂਸਰੀਆਂ ਕੰਟਰੀਜ਼ ਤੋਂ ਨਾ ਕਰੀਏ ਤਾਂ ਉਸ ਦੂਸਰੀਆਂ ਕੰਟਰੀਆਂ ਤੇ ਕੀ ਪਏਗਾ ਐਡਵਰਸ ਇਫੈਕਟ ਪਏਗਾ ਬੈਲੈਂਸ ਆਫ ਪੇਮੈਂਟਸ ਅਨਫੇਵरेबल ਹੋ ਜਾਏਗਾ ਐਂਡ ਪੋਪੂਲੇਸ਼ਨ ਐਕਸਪਲੋਜ਼ਨ ਦੇ ਵਿੱਚ ਇਹ ਹੈ ਕਿ ਅਗਰ ਸਾਡੀ ਕੰਟਰੀ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਡੇ ਬਾਈ ਡੇ ਇਨਕਰੀਜ਼ ਹੋ ਰਹੀ ਹੈ ਤਾਂ ਜਿਹੜੀ ਡੋਮੈਸਟਿਕ ਪ੍ਰੋਡਕਸ਼ਨ ਹੈ ਉਹ ਸਿਰਫ ਸਾਡੇ ਜਿਹੜੇ ਪੀਪਲਸ ਨੇ ਉਹਨਾਂ ਦੀਆਂ ਡਿਮਾਂਡ ਨੂੰ ਹੀ ਪੂਰਾ ਕਰ ਪਾ ਰਹੀ ਹੈ ਮੀਨਸ ਅਸੀਂ ਐਕਸਟਰਾ ਪ੍ਰੋਡਕਸ਼ਨ ਨਹੀਂ ਕਰ ਪਾ ਰਹੇ ਜਿਹਦੇ ਥਰੂ ਐਕਸਪੋਰਟ ਘਟ ਜਾਣਗੇ ਤੇ ਇੰਪੋਰਟ ਵਧਣਗੇ ਕਿਉਂਕਿ ਇੰਪੋਰਟ ਕਰਕੇ ਵੀ ਗੁड्स ਆਪਣੀਆਂ ਜਿਹੜੀਆਂ ਨੀਡਸ ਨੇ ਉਹਨਾਂ ਨੂੰ ਪੂਰਾ ਕਰਨਗੇ ਲੋਕ ਜਿਹਦੇ ਥਰੂ ਬੈਲੈਂਸ ਆਫ ਪੇਮੈਂਟ ਅਨਫੇਵरेबल ਹੋ ਜਾਏਗਾ ਜਿਹਦਾ ਇਕਨੋਮੀ ਤੇ ਵੀ ਨੈਗੇਟਿਵ ਇਫੈਕਟ ਪਏਗਾ ਐਂਡ ਇੰਟਰਨੈਸ਼ਨਲ ਇਕਨੋਮਿਕ ਪ੍ਰੈਕਟਿਸਿਸ ਐਂਡ ਪਾਲਿਸੀਜ਼ ਕਹਿੰਦੇ ਜਿਹੜੀਆਂ ਆਪਣੀਆਂ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਪ੍ਰੈਕਟਿਸਿਸ ਐਂਡ ਪਾਲਿਸੀਜ਼ ਨੇ ਫੋਰਨ ਕੰਟਰੀਜ਼ ਦੇ ਥਰੂ ਬਣਾਈਆਂ ਗਈਆਂ ਨੇ ਜਿਵੇਂ ਕਿ ਆਪਣਾ ਪਾਲਿਸੀਜ਼ ਆਫ ਕੋਆਪਰੇਸ਼ਨ ਹੋ ਗਿਆ टैरिफ हो गया कस्टम्स हो गया डिस्क्रिमिनेशनरी ट्रेड पॉलिसीज हो गया सेक्स अडॉप्टेड बाय इंटरनेशनल इकोनॉमिक ऑर्गेनाइजेशन इन्हों का भी कहते कि अपना नैगेटिव इफेक्ट देखने को मिल सकता है एंड पॉलिटिकल कॉजेस भी ने जिहदे थ्रू अपना बैलेंस ऑफ पेमेंट है जिहड़ा अनफेवरेबल हो सकता है उहदे विच कहते एक्सपेंशन ऑफ एम्बेंसिस एंड मेंटेनेंस कहते लार्ज ਜਿਹੜਾ ਐਕਸਪੈਂਡੀਚਰ ਕੀਤਾ ਜਾਂਦਾ ਹੈ ਐਮਬੈਂਸਿਸ ਬਣਾਉਣ ਤੇ ਜਿਨ੍ਹਾਂ ਤੇ ਕਹਿੰਦੇ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਹੈ ਜ਼ਿਆਦਾ ਕਾਸਟ ਉਹਨਾਂ ਤੇ ਹੁੰਦੀ ਹੈ ਗੁड्स ਦੀ ਪ੍ਰੋਡਕਸ਼ਨ ਘੱਟ ਹੁੰਦੀ ਆ ਐਂਡ ਪੋਲਿਟੀਕਲ ਇਨਸਟੇਬਿਲਿਟੀ
ਕਹਿੰਦੇ ਪੋਲੀਟੀਕਲ ਇਨਸਟੇਬਿਲਿਟੀ ਹੈ ਜਿਹੜਾ ਉਹਦਾ ਵੀ ਵਰਡਸ ਇਫੈਕਟ ਪੈ ਸਕਦਾ ਇੱਕ ਕੰਟਰੀ ਦੀ ਬੈਲੈਂਸ ਆਫ ਪੇਮੈਂਟ ਤੇ, ਕਿਉਂਕਿ ਪੋਲੀਟੀਕਲਸ ਜਿਹੜੀ ਹੈ ਇਨਸਟੇਬਿਲਿਟੀ ਉਦੋਂ ਹੀ ਹੋਏਗੀ ਜਦੋਂ ਪੋਲੀਟੀਕਲਸ ਜਿਹੜਾ ਹੈ ਸਿਸਟਮ ਉਹ ਅੱਛਾ ਨਹੀਂ ਹੋਏਗਾ। ਐਂਡ ਇੰਟਰਨੈਸ਼ਨਲ ਰਿਲੇਸ਼ਨਸ਼ਿਪਸ, ਅਗਰ ਕਹਿੰਦੇ ਇੱਕ ਕੰਟਰੀ ਦੇ ਦੂਸਰੀ ਕੰਟਰੀ ਦੇ ਨਾਲ ਇੰਟਰਨੈਸ਼ਨਲ ਰਿਲੇਸ਼ਨਸ਼ਿਪਸ ਅੱਛੇ ਨਹੀਂ ਹੈਗੇ, ਕੋਆਪਰੇਸ਼ਨ ਦੇ ਥਰੂ ਨਹੀਂ ਚੱਲਦੇ, ਤਾਂ ਉਹਨਾਂ ਦੇ ਵਿੱਚ ਐਕਸਪੋਰਟ ਇੰਪੋਰਟ ਦੇ ਵਿੱਚ ਪ੍ਰੋਬਲਮ ਆਏਗੀ, ਤਾਂ ਜਿਹੜਾ ਬੈਲੈਂਸ ਆਫ ਪੇਮੈਂਟ ਉਹ ਵੀ ਅਨਫੇਵਰੇਬਲ ਹੋ ਜਾਏਗਾ। ਪਾਰਟੀਸ਼ਨਸ ਔਰ ਯੂਨੀਫਿਕੇਸ਼ਨਸ ਆਫ ਅ ਕੰਟਰੀ, ਕਹਿੰਦੇ ਕਿ ਆ ਬੈਲੈਂਸ ਆਫ ਪੇਮੈਂਟ ਤੇ ਉਦੋਂ ਵੀ ਨੈਗੇਟਿਵ ਇਫੈਕਟ ਪਏਗਾ ਜਦੋਂ ਕਹਿੰਦੇ ਪਾਰਟੀਸ਼ਨਸ ਹੋ ਜਾਂਦੀ ਕੰਟਰੀ ਦੀ, ਜਿਵੇਂ ਕਿ ਆਪਣੀ ਕੰਟਰੀ ਦੀ ਪੰਜਾਬ ਐਂਡ ਪਾਕਿਸਤਾਨ ਦੇ ਵਿੱਚ ਹੋਈ, ਤਾਂ ਕੁਝ ਕੁ ਚੀਜ਼ਾਂ ਪੰਜਾਬ ਦੇ ਵਿੱਚ ਰਹਿ ਗਈਆਂ ਐਂਡ ਕੁਝ ਪਾਕਿਸਤਾਨ ਦੇ ਵਿੱਚ। ਐਂਡ ਦਾ ਹਾਊ ਐਡਵਰਸ ਬੈਲੈਂਸ ਵੀ ਕੀਤਾ ਇੱਕ ਇਕੋਨਮੀ ਦੇ ਵਿੱਚ ਐਡਵਰਸ ਜਿਹੜਾ ਇਫੈਕਟ ਆ ਉਹ ਇੰਪੈਕਟ ਕਰੇਗਾ ਆਪਣੀ ਇਕੋਨਮੀ ਨੂੰ। ਐਡਵਰਸ ਬੈਲੈਂਸ ਆਫ ਪੇਮੈਂਟਸ ਲੋਅਰ ਇੰਟਰਨੈਸ਼ਨਲ ਇਕਨੋਮਿਕ ਕ੍ਰੈਡੀਬਿਲਿਟੀ ਆਫ ਅ ਕੰਟਰੀ, ਕਹਿੰਦੇ ਅਨਬੈਲੈਂਸ ਆਫ ਪੇਮੈਂਟਸ ਜਦੋਂ ਐਡਵਰਸ ਜਾਏਗਾ ਤਾਂ ਕ੍ਰੈਡਿਟ ਹੈ ਜਿਹੜਾ ਉਹ ਘੱਟ ਹੋਏਗਾ ਆਪਣੀ ਕੰਟਰੀ ਦੇ ਵਿੱਚ, ਤੇ ਫੋਰਨ ਕੰਟਰੀਜ਼ ਤੇ ਜਿਹੜੀ ਹੈ ਡਿਪੈਂਡੈਂਸ ਵੱਧ ਜਾਏਗੀ ਐਂਡ ਐਕਸਪਲੋਇਟੇਸ਼ਨ ਹੋਏਗੀ ਆਪਣੀ ਕੰਟਰੀ ਦੀ, ਡੋਮੈਸਟਿਕ ਕੰਟਰੀਜ਼ ਦੀ, ਐਂਡ ਫੋਰਨ ਐਕਸਚੇਂਜ ਰਿਜ਼ਰਵ ਆਫ ਦ ਕੰਟਰੀਜ਼ ਆਰ ਡਿਪਲੀਕੇਟਡ, ਮਿਸ ਘਟਣਗੇ, ਰਿਜ਼ਰਵ ਆਫ ਗੋਲਡ ਐਂਡ ਅਦਰ ਪ੍ਰੀਸ਼ੀਅਸ ਮੈਟਲਸ go down as they started falling of the country, and foreign depends sometimes assumes the foreign political dependence, and ਜਿਹੜੇ ਕੰਟਰੀ ਦੇ ਇਕਨੋਮਿਕ ਸੋਸ਼ਲ ਐਂਡ ਪੋਲੀਟੀਕਲ ਜਿਹੜੀ ਸਿਚੁਏਸ਼ਨ ਹੈ ਉਹ ਵੀ ਡਾਊਨ ਹੋਏਗੀ। ਐਂਡ ਮੇਜਰਮੈਂਟ ਕੀ ਨੇ ਟੂ ਕੰਟਰੋਲ ਬੀਓਪੀ ਨੂੰ, ਬੈਲੈਂਸ ਆਫ ਪੇਮੈਂਟਸ ਨੂੰ ਫੇਵਰ ਦੇ ਵਿੱਚ ਕਰਨ ਦੇ, ਇੱਥੇ ਕਈ ਜਿਹੜੇ ਕਾਜ਼ਿਸ ਸੀਗੇ ਉਹੀ ਮਈਅਰਸ ਨੇ, ਇਕਨੋਮਿਕ ਮਈਅਰਸ ਨੇ, ਪੋਲੀਟੀਕਲ ਮਈਅਰਸ ਨੇ, ਸੋਸ਼ਲ ਮਈਅਰਸ ਨੇ ਐਂਡ ਇੰਟਰਨੈਸ਼ਨਲ ਮਈਅਰਸ ਨੇ। ਫਰਸਟਲੀ ਆਪਾਂ ਇਕਨੋਮਿਕ ਮਈਅਰਸ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਮੋਨੇਟਰੀ ਮਈਅਰਸ ਹੈ ਐਂਡ ਨਾਨ ਮੋਨੇਟਰੀ ਮਈਅਰ ਹੈ। ਤੇ ਮੋਨੇਟਰੀ ਮਈਅਰਸ ਦੇ ਵਿੱਚ ਮੋਸਟਲੀ ਡਿਫਲੇਸ਼ਨ ਹੈ ਕਿ ਕਿਸ ਤਰ੍ਹਾਂ ਡਿਫਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ, ਐਂਡ ਦਾ ਸੈਕੰਡ ਇਜ਼ ਡੀਵੈਲੂਏਸ਼ਨ। ਡੀਵੈਲੂਏਸ਼ਨ ਹੈ ਜਿਹੜੀ ਮੋਨੇਟਰੀ ਮਈਅਰਸ ਦੇ ਥਰੂ ਯੂਜ਼ ਕੀਤੀ ਜਾਂਦੀ ਹੈ ਐਕਸਪੋਰਟ ਐਂਡ ਇੰਪੋਰਟਸ ਦੇ ਵਿੱਚ ਬੈਲੈਂਸ ਲੈ ਕੇ ਆਉਣ ਦੇ ਲਈ। ਐਂਡ the next is exchange depreciation, ਜਿਹੜੀ ਡੈਪਰੀਸੀਏਸ਼ਨ ਐਕਸਚੇਂਜ ਦੇ ਵਿੱਚ ਡੈਪਰੀਸੀਏਸ਼ਨਸ ਕਰਨੀ, ਐਂਡ ਮੀਨਸ ਇੰਪੋਰਟ ਘੱਟ ਕਰਕੇ ਐਕਸਪੋਰਟਸ ਜ਼ਿਆਦਾ ਕਰਨੇ, ਜਿਵੇਂ ਕਿ ਐਕਸਪੋਰਟ ਪ੍ਰਮੋਸ਼ਨ ਕਰਨੀ ਐਂਡ ਇੰਪੋਰਟ ਸਬਸਟੀਟਿਊਸ਼ਨ ਕਰਨਾ, ਠੀਕ ਹੈ। ਐਂਡ ਐਕਸਚੇਂਜ ਕੰਟਰੋਲ, ਕਿ ਜਿਹੜੀ ਫੋਰਨ ਐਕਸਚੇਂਜ ਹੈ ਉਹਨੂੰ ਕੰਟਰੋਲ ਕਰਨਾ ਤਾਂ ਜੋ ਸਾਡੀ ਜਿਹੜੀ ਕੰਟਰੀ ਹੈ ਉਹ ਤੇ ਬੀਓਪੀ ਦਾ ਐਡਵਰਸ ਇਫੈਕਟ ਨਾ ਪਏ। ਐਕਸਟਰਨਲ ਡੈਪਸ, ਜਿਹੜੇ ਐਕਸਟਰਨਲ ਡੈਪਸ ਨੇ ਉਹਨਾਂ ਨੂੰ ਘੱਟ ਤੋਂ ਘੱਟ ਕਰਨਾ ਤਾਂ ਜੋ ਗੋਲਡ ਦੇ ਰੂਪ ਦੇ ਵਿੱਚ ਸਾਡੀ ਕੰਟਰੀ ਤੋਂ ਜਿਹੜਾ ਹੈ ਪੈਸਾ ਉਹ ਬਾਹਰ ਨਾ ਜਾਵੇ। ਐਂਡ ਨਾਨ ਮੋਨੇਟਰੀ ਮਈਅਰਸ ਦੇ ਵਿੱਚ ਕੀ ਹੈ, ਡਿਸਕੋਰੇਜ ਇੰਪੋਰਟਸ ਨੂੰ ਘੱਟ ਕਰਨਾ, ਇੰਪੋਰਟ ਡਿਊਟੀਜ਼ ਫਿਕਸ ਕਰਨਾ, ਲਿਵੀ ਨਿਊ ਇੰਪੋਰਟ ਡਿਊਟੀਜ਼ ਮਿਸ ਇੰਪੋਰਟਸ ਘੱਟ ਜਾਣ, ਇੰਪੋਰਟ ਕੋਟਾ ਫਿਕਸ ਕਰਨਾ ਕਿ ਇੰਨੀ ਕੁਆਂਟੀਟੀ ਤੋਂ ਜ਼ਿਆਦਾ ਆਪਾਂ ਇੰਪੋਰਟ ਨਹੀਂ ਕਰ ਸਕਦੇ, ਐਂਡ ਇੰਪੋਰਟ ਸਬਸਟੀਟਿਊਸ਼ਨ ਕਰਨਾ, ਸੇਮ ਉਸੇ ਤਰ੍ਹਾਂ ਦੀ ਗੁੱਡਸ ਆਪਣੀ ਕੰਟਰੀ ਦੇ ਵਿੱਚ ਬਣਾਉਣਾ, ਐਂਡ ਐਕਸਪੋਰਟ ਪ੍ਰਮੋਸ਼ਨ ਕਰਨਾ, ਜੋ ਗੁੱਡਸ ਬਾਹਰ ਐਕਸਪੋਰਟ ਹੁੰਦੀਆਂ ਨੇ ਉਹਨਾਂ ਨਾਲ ਦੀ ਇੰਡਸਟਰੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਲਗਾਉਣਾ, ਐਂਡ ਇਨਕਰੇਜ ਟੂ ਫੋਰਨ ਇਨਵੈਸਟਮੈਂਟ ਨੂੰ ਇਨਕਰੇਜ ਕਰਨਾ, ਅਟਰੈਕਸ਼ਨ ਆਫ ਫੋਰਨ ਟੂਰਿਸਟ ਕਿ ਇੱਧਰ ਜ਼ਿਆਦਾ ਤੋਂ ਜ਼ਿਆਦਾ ਹੁਣ ਇਸ ਤਰ੍ਹਾਂ ਦੇ ਜਿਹੜੇ ਆਪਣੇ ਪੁਆਇੰਟਸ ਨੇ ਉਹ ਬਣਾਉਣਾ। ਅੱਗੇ ਹੈਗਾ ਸਟੇਟ ਟ੍ਰੇਡਿੰਗਸ ਐਂਡ ਪੋਲੀਟੀਕਲ ਮਈਅਰਸ ਦੇ ਵਿੱਚ ਕੀ ਆ, ਪੋਲੀਟੀਕਲ ਪਾਰਟੀਜ਼ ਦੇ ਵਿੱਚ ਕੋਆਪਰੇਸ਼ਨ ਹੋ ਕੇ, ਐਂਡ ਪੋਲੀਟੀਕਲ ਐਡਮਿਨਿਸਟ੍ਰੇਸ਼ਨ ਸਵਿਫਟਨੈਸ ਹੋ ਗਈ, ਚੇਂਜ ਇਨ ਬੇਸਿਕ ਪੋਲੀਟੀਕਲ ਆਈਡੀਓਲੋਜੀ। ਸੋਸ਼ਲ ਮਈਅਰਸ ਦੇ ਵਿੱਚ ਸੋਸਾਇਟੀ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਾਉਣਾ ਜਿਹਦੇ ਥਰੂ ਕਹਿੰਦੇ ਆਪਣੀ ਸੋਸ਼ਲ ਅਵੇਅਰਨੈਸ ਹੋ ਸਕੇ। ਐਂਡ ਇੰਟਰਨੈਸ਼ਨਲ ਮਈਅਰਸ ਦੇ ਵਿੱਚ ਕੀ ਆ, ਕਹਿੰਦੇ ਐਗਜ਼ਿਸਟਿੰਗ ਆਰਗੇਨਾਈਜੇਸ਼ਨਸ ਬਣਾਉਣਾ ਜਿਵੇਂ ਕਿ SAARC NAMEECWTO, ਜਿਹਦੇ ਥਰੂ ਪੂਰੇ ਵਰਲਡ ਦੇ ਵਿੱਚ ਕਹਿੰਦੇ ਇੱਕ ਪਾਲਿਸੀਜ਼ ਦੇ ਥਰੂ ਟ੍ਰੇਡ ਹੋ ਸਕੇ, ਜਿਹਦੇ ਥਰੂ ਹਰ ਇੱਕ ਜਿਹੜੀ ਕੰਟਰੀ ਉਹ ਬੈਲੈਂਸ ਦੇ ਵਿੱਚ ਰਹਿ ਸਕੇ। ਇਹ ਸੀ ਆਪਣਾ ਅੱਜ ਦਾ ਟੌਪਿਕ ਜਿਹਦੇ ਵਿੱਚ ਆਪਾਂ ਨੇ ਐਕਸਟਰਨਲ ਸੈਕਟਰ ਦੀ ਗੱਲ ਕੀਤੀ। ਕੇਨਸ ਨੇ ਬੋਲਿਆ ਹੈ ਕਿ ਜਿਹੜੀ 4 ਸੈਕਟਰ ਇਕੋਨਮੀ ਹੈ ਆਪਣੀ ਓਪਨ ਇਕੋਨਮੀ ਆ ਉਹਦੇ ਵਿੱਚ ਜਿਹੜੀ ਐਗਰੀਗੇਟ ਡਿਮਾਂਡ ਹੈ ਉਹ ਤੇ ਜਿਹੜਾ ਹੈ ਫੋਰਨ ਸੈਕਟਰ ਉਸ ਦਾ ਵੀ ਇਫੈਕਟ ਪੈਂਦਾ ਹੈ, ਜਿਹਦੇ ਥਰੂ ਨੈਟ ਐਕਸਪੋਰਟਸ ਇਨਕਰੀਜ਼ ਡਿਕਰੀਜ਼ ਹੁੰਦੇ ਨੇ, ਆਪਣੀ ਜਿਹੜੀ ਇਕੁਇਲਿਬ੍ਰੀਅਮ ਆਊਟਪੁੱਟ ਹੈ ਉਹ ਵੀ ਇਨਕਰੀਜ਼ ਡਿਕਰੀਜ਼ ਹੁੰਦੀ ਆ, GDP ਦੇ ਵੀ ਇਫੈਕਟ ਪੈਂਦਾ ਹੈ। ਤੇ ਇਹਦੇ ਵਿੱਚ ਉਹਨਾਂ ਨੇ ਟਰਮਸ ਆਫ ਟ੍ਰੇਡ ਐਂਡ ਬੈਲੈਂਸ ਆਫ ਪੇਮੈਂਟ ਦੀ ਗੱਲ ਕੀਤੀ ਹੈ। ਟਰਮਸ ਆਫ ਟ੍ਰੇਡ ਜੋ ਕਿ ਫੇਵਰੇਬਲ ਅਨਫੇਵਰੇਬਲ ਐਂਡ बैलेंस से विच हो सकती है, एंड बैलेंस ऑफ पेमेंट्स हमेशा ही बैलेंस से विच रहेगा
ਕਿਉਂਕਿ ਆਪਾਂ ਕੈਪੀਟਲ ਅਕਾਊਂਟ ਦੇ ਵਿੱਚ ਚੇਂਜਸ ਕਰਕੇ ਆਪਣਾ ਬੈਲੈਂਸ ਆਫ ਪੇਮੈਂਟਸ ਨੂੰ ਬੈਲੈਂਸ ਦੇ ਵਿੱਚ ਕਰ ਸਕਦੇ ਹਾਂ ਤੇ ਬੈਲੈਂਸ ਆਫ ਪੇਮੈਂਟਸ ਬੈਲੈਂਸ ਦੇ ਵਿੱਚ ਉਦੋਂ ਰਹੇਗਾ ਜਦੋਂ ਰਿਸਿਪਟਸ ਐਂਡ ਪੇਮੈਂਟਸ ਕੀ ਹੋਣਗੀਆਂ ਇਕੁਅਲ ਹੋਣਗੀਆਂ ਮੀਨਸ ਬੈਲੈਂਸ ਆਫ ਪੇਮੈਂਟਸ ਇਕੁਅਲ ਟੂ ਜ਼ੀਰੋ ਹੋਏਗਾ ਐਂਡ ਬੈਲੈਂਸ ਆਫ ਪੇਮੈਂਟਸ ਅਨਫੇਵਰੇਬਲ ਉਦੋਂ ਜਦੋਂ ਰਿਸਿਪਟਸ ਗ੍ਰੇਟਰ ਲੈਸ ਦੈਨ ਪੇਮੈਂਟਸ ਹੋਣਗੀਆਂ ਐਂਡ ਬੈਲੈਂਸ ਆਫ ਪੇਮੈਂਟਸ ਫੇਵਰੇਬਲ ਉਦੋਂ ਹੋਏਗਾ ਜਦੋਂ ਰਿਸਿਪਟਸ ਗ੍ਰੇਟਰ ਦੈਨ ਪੇਮੈਂਟਸ ਹੋਣਗੀਆਂ ਇਹ ਸੀ ਅੱਜ ਦਾ ਟੌਪਿਕ ਆਪਣਾ ਜੋ ਇੱਥੇ ਹੀ ਖਤਮ ਹੁੰਦਾ ਹੈ ਧੰਨਵਾਦ